ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਿੱਖ ਰਹਿਤ ਮਰਿਆਦਾ ਦੀ ਵਿਚਾਰ ਅਸੀਂ ਕੱਲ ਆਰੰਭ ਕੀਤੀ ਹੈ। ਸਿੱਖ ਰਹਿਤ ਮਰਿਆਦਾ ਦੀ ਸੰਖੇਪ ਜਿਹਾ ਇਤਿਹਾਸ ਉਹ ਅਸੀਂ ਕੱਲ ਵਿਚਾਰ ਕੀਤੀ ਸੀ। ਅੱਜ ਉਸ ਤੋਂ ਅੱਗੇ ਕੁਝ ਹੋਰ ਵਿਚਾਰਾਂ ਕਰਦੇ ਹਾਂ। ਰਹਿਤ ਮਰਿਆਦਾ ਹੈ ਕੀ ਚੀਜ਼, ਸਿੱਖ ਰਹਿਤ ਮਰਿਆਦਾ ਦੇ ਸੋਮੇ ਕੀ ਹਨ, ਆਧਾਰ ਕੀ ਹਨ, ਇਹ ਕਿਵੇਂ ਹੋਂਦ ਵਿੱਚ ਆਈ, ਕਿਹੜੇ ਕਿਹੜੇ ਗ੍ਰੰਥ, ਕਿਹੜੀਆਂ ਕਿਹੜੀਆਂ ਪੁਸਤਕਾਂ ਦੇ ਹਵਾਲੇ ਇਹਦੇ ਵਿੱਚ ਮਿਲਦੇ ਹਨ। ਇਹ ਕੁਝ ਵਿਚਾਰਾਂ ਆਪਾਂ ਅੱਜ ਕਰਾਂਗੇ। ਸਿੱਖ ਰਹਿਤ ਮਰਿਆਦਾ ਦਾ ਨਾਮ ਤੋਂ ਹੀ ਗੱਲ ਸਮਝ ਆਉਂਦੀ ਹੈ ਕਿ ਇਹ ਤਿੰਨ ਲਫ਼ਜ਼ਾਂ ਦਾ ਸੁਮੇਲ ਹੈ। ਇੱਕ ਸਿੱਖ, ਦੂਜੀ ਰਹਿਤ ਤੇ ਤੀਜਾ ਮਰਿਆਦਾ। ਸਿੱਖ ਰਹਿਤ ਦਾ ਅਰਥ ਹੈ ਜੀਵਨ ਦਾ ਢੰਗ, ਮਰਿਆਦਾ ਦਾ ਅਰਥ ਹੈ ਨਿਯਮ। ਸਿੱਖ ਦੇ ਜੀਵਨ ਦੀ ਮਰਿਆਦਾ ਜੋ ਸਿੱਖ ਰਹਿਤ ਮਰਿਆਦਾ ਦੇ ਲਫ਼ਜ਼ੀ ਅਰਥ ਹਨ। ਮਰਿਆਦਾਵਾਂ ਪਹਿਲਾਂ ਵੀ ਬਹੁਤ ਮੌਜੂਦ ਸਨ। ਜੇ ਅਸੀਂ ਭਾਰਤੀ ਸਮਾਜ ਵਿੱਚ ਝਾਤ ਮਾਰਦੇ ਹਾਂ, ਰਾਮਚੰਦਰ ਜੀ ਨੂੰ ਵੀ ਮਰਿਆਦਾ ਪੁਰਸ਼ੋਤਮ ਕਿਹਾ ਜਾਂਦਾ ਸੀ, ਪਰ ਗੁਰਮਤਿ ਨੇ ਕਿਸੇ ਹੋਰ ਮਰਿਆਦਾ ਨੂੰ ਪ੍ਰਵਾਨ ਨਹੀਂ ਕੀਤਾ। ਗੁਰਮਤਿ ਦੀ ਮਰਿਆਦਾ, ਸਿੱਖ ਦੀ ਮਰਿਆਦਾ ਜਿਹੜੀ ਪ੍ਰਵਾਨ ਕੀਤੀ ਗਈ, ਉਹ ਕੇਵਲ ਮਰਿਆਦਾ ਨਹੀਂ ਹੈ, ਉਹ ਰਹਿਤ ਦੀ ਮਰਿਆਦਾ ਹੈ। ਮਰਿਆਦਾ ਤੇ ਰਹਿਤ ਦੀ ਮਰਿਆਦਾ ਵਿੱਚ ਇੱਕ ਬਹੁਤ ਵੱਡਾ ਫਰਕ ਹੈ। ਮਰਿਆਦਾ ਹੋਰ ਚੀਜ਼ ਹੈ, ਰਹਿਤ ਦੀ ਮਰਿਆਦਾ ਹੋਰ ਚੀਜ਼ ਹੈ। ਇਹ ਰਹਿਤ ਵੀ ਹੈ ਤੇ ਰਹਿਤ ਵੀ ਸਿੱਖ ਦੀ ਰਹਿਤ। ਇਹਦਾ ਨਾਮ ਹੋ ਗਿਆ ਸਿੱਖ ਰਹਿਤ ਮਰਿਆਦਾ। ਤਿੰਨ ਚੀਜ਼ਾਂ ਦਾ ਸੁਮੇਲ ਹੈ। ਤਿੰਨ ਨੁਕਤਿਆਂ ਦੇ ਸੁਮੇਲ ਨਾਲ ਜਿਹੜੀ ਮਰਿਆਦਾ ਤਿਆਰ ਹੋਈ, ਉਹਦਾ ਨਾਮ ਸਿੱਖ ਰਹਿਤ ਮਰਿਆਦਾ ਰੱਖਿਆ ਗਿਆ। ਇਸ ਰਹਿਤ ਮਰਿਆਦਾ ਵਿੱਚ ਕਿਸੇ ਅੱਖਰ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ, ਨਾ ਸਿੱਖ ਨੂੰ, ਨਾ ਰਹਿਤ ਨੂੰ, ਨਾ ਮਰਿਆਦਾ ਨੂੰ, ਕਿਉਂਕਿ ਇਹ ਸਿੱਖ ਦੇ ਜੀਵਨ ਦਾ ਆਧਾਰ ਹੈ। ਜੇ ਇਕੱਲੀ ਰਹਿਤ ਮਰਿਆਦਾ ਹੋਵੇਗੀ ਤਾਂ ਜੀਵਨ ਦੀ ਮਰਿਆਦਾ ਹੈ, ਉਹ ਹਰ ਕਿਸੇ ਦੀ ਵੱਖੋ ਵੱਖਰੀ ਹੋ ਸਕਦੀ ਹੈ। ਪਰ ਸਿੱਖ ਦੀ ਮਰਿਆਦਾ ਕੀ ਹੈ, ਸਿੱਖ ਦੇ ਰਹਿਣ ਦਾ ਜੀਵਨ ਦਾ ਢੰਗ ਕੀ ਹੈ, ਸਿੱਖ ਦੇ ਜੀਵਨ ਦਾ ਨਿਯਮ ਕਿਹੜੇ ਹਨ, ਇਸ ਕਰਕੇ ਦਾ ਨਾਮ ਸਿੱਖ ਰਹਿਤ ਮਰਿਆਦਾ ਜਿਹੜਾ ਹੈ ਉਹ ਰੱਖਿਆ ਗਿਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਨਾਨਕ ਨਿਰਮਲ ਪੰਥ ਚਲਾਇਆ ਸੀ, 1699 ਦੀ ਵਿਸਾਖੀ ਨੂੰ ਉਹਨੂੰ ਸੰਪੂਰਨਤਾ ਬਖਸ਼ ਦਿੱਤੀ। ਕੇਸਗੜ੍ਹ ਸਾਹਿਬ ਜੀ ਦੇ ਪਾਵਨ ਸਥਾਨ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸੰਗਤ ਨੂੰ ਖਾਲਸਾ, ਗੁਰਸੰਗਤ ਕੀਨੀ ਖਾਲਸਾ ਦਾ ਨਾਮ ਜਿਹੜਾ ਸੀ ਉਹ ਦਿੱਤਾ। ਸਿੱਖ ਰਹਿਤ ਮਰਿਆਦਾ ਦਾ ਖਾਲਸੇ ਨੂੰ ਬਖਸ਼ਿਸ਼ ਕੀਤੇ ਮਕਸਦ ਦਾ ਇਹ ਗੱਲ ਸਮਝਣੀ ਇੱਕ ਜ਼ਰੂਰੀ ਹੈ। ਕੇਵਲ ਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਹੀ ਨਹੀਂ ਕੀਤੀ, ਖਾਲਸੇ ਨੂੰ ਅਧਿਕਾਰ ਵੀ ਦੇ ਦਿੱਤਾ, ਹੱਕ ਵੀ ਦਿੱਤਾ ਕਿ ਉਹ ਸੁਪਰੀਮ ਹੈ, ਜਿਹੜੇ ਪੰਜ ਸਾਜੇ, ਪੰਜਾਂ ਪਾਸੋਂ ਆਪ ਅੰਮ੍ਰਿਤ ਦੀ ਦਾਤ ਲੈਣ ਦਾ ਮਕਸਦ ਵੀ ਇਹੋ ਹੀ ਸੀ
ਕਿ ਗੁਰੂ ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਖੰਡੇ ਬਾਟੇ ਦੀ ਪੌਲ ਪੰਜਾਂ ਪਾਸੋਂ ਲੈਣ ਦਾ ਮਕਸਦ ਕੀ ਸੀ? ਇਹੋ ਹੀ ਸੀ। ਤੋ ਇਸ ਵਿਪਰਵਾਲ ਦੇ ਕੋਲ ਇੱਕ ਐਸੀ ਤਾਕਤ ਸੀ ਜਿਹੜੀ ਬੜੇ ਮਤਾਂਤਰਾਂ ਨੂੰ ਆਪਣੇ ਵਿੱਚ ਜਜ਼ਬ ਕਰ ਲੈਣ ਦਾ ਤਾਕਤ ਰੱਖਦੀ ਹੈ ਕਿ ਦੀਨੇ ਇਲਾਹੀ का विभाग बेड़ा न जीहू मेटका न सेहू मेटका किए पार दिसने थे सातों समुंदर वडूगा दहाने गंगा में आकर। ਕਿ ਗੰਗਾ ਦੀਆਂ ਲਹਿਰਾਂ ਦੇ ਵਿੱਚ, ਬਾਹਮਣਵਾਦ ਦੇ ਗਲਬੇ ਵਿੱਚ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਸਮਝਦੇ ਸਨ ਸੁਪਰੀਮ ਹਨ, ਉਹ ਵੀ ਆ ਕੇ ਡੁੱਬ ਗਏ। ਪਰ ਵਿਪਰਨ ਕੀ ਰੀਤ, ਕਰਮਕਾਂਡ, ਭਰਮ ਵਹਿਮ, ਜਾਤ ਪਾਤ ਨੂੰ ਗੁਰਮਤ ਨੇ ਪਰਵਾਹ ਨਹੀਂ ਕੀਤਾ। ਗੁਰਮਤ ਨੇ ਨਾ ਭਰਮ ਵਹਿਮ ਨੂੰ, ਨਾ ਵਿਪਰਨ ਕੀ ਰੀਤ ਨੂੰ ਪਰਵਾਹ ਨਹੀਂ ਕੀਤਾ। ਇਸ ਲਈ ਸਿੱਖ ਰਹਿਤ ਮਰਿਆਦਾ ਵਿੱਚ ਕਈ ਮੱਦਾਂ ਐਸੀਆਂ ਹਨ ਜਿਹੜੀਆਂ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਚੱਲ ਰਹੇ ਕਰਮ ਕਾਂਡਾਂ ਦੇ ਉੱਤੇ ਕਰਾਰੀ ਸੱਟ ਮਾਰਦੀਆਂ ਹਨ। ਉਹੀ ਚੀਜ਼ਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ ਗਈਆਂ ਹਨ, ਉਹਨਾਂ ਨੂੰ ਸਰਲ ਸ਼ਬਦਾਂ ਵਿੱਚ ਸਿੱਖ ਰਹਿਤ ਮਰਿਆਦਾ ਨੇ ਬਿਆਨ ਕਰਕੇ ਚੱਲ ਰਹੇ ਕਰਮ ਕਾਂਡਾਂ ਦੇ ਉੱਤੇ ਕਰਾਰੀ ਸੱਟ ਜਿਹੜੀ ਹੈ ਉਹ ਮਾਰੀ ਹੈ। ਇਹ ਸਿੱਖ ਰਹਿਤ ਮਰਿਆਦਾ ਜਦੋਂ ਗੁਰੂ ਪੰਥ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਤਮਾ ਗ੍ਰੰਥ ਅੰਦਰ ਰੱਖ ਕੇ, ਸਰੀਰ ਪੰਥ ਅੰਦਰ ਰੱਖ ਕੇ ਪੰਥ ਨੂੰ ਅਧਿਕਾਰ ਦੇ ਦਿੱਤੇ, ਸਰੀਰ ਦੀ ਡਿਊਟੀ ਨਿਭਾਉਣ ਦੀ ਪੰਥ ਨੂੰ ਅਧਿਕਾਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਹਿ ਕੇ ਕੌਮ ਦੀ ਅਗਵਾਈ ਕਰ ਸਕਦਾ ਹੈ, ਫੈਸਲੇ ਦੇ ਸਕਦਾ ਹੈ। ਉਸੇ ਫੈਸਲੇ ਦੇ ਅਧੀਨ ਪੰਥ ਨੇ ਜਦੋਂ ਇਹ ਗੱਲ ਦੇਖੀ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਜਿਉ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਇਸ ਲਈ ਇੱਕ ਪੰਥ ਨੇ ਆਪਣੇ ਉਸ ਅਧਿਕਾਰ ਦੀ ਵਰਤੋਂ ਕਰਦਿਆਂ ਹੋਇਆ, ਜਿਹੜਾ ਅਧਿਕਾਰ ਗੁਰੂ ਮਹਾਰਾਜ ਨੇ ਦਿੱਤਾ ਸੀ ਪੰਥ ਨੂੰ, ਕਿ ਸਿੱਖ ਰਹਿਤ ਮਰਿਆਦਾ ਦੀ ਸਥਾਪਨਾ ਜਿਹੜੀ ਸੀ ਉਹ ਕੀਤੀ। ਸਿੱਖ ਰਹਿਤ ਮਰਿਆਦਾ ਦੀਆਂ ਸਾਰੀਆਂ ਮੱਦਾਂ ਨੂੰ ਸਮਝਣ ਲਈ ਜਾਂ ਵਿਚਾਰਨ ਦੇ ਲਈ ਜਾਂ ਭਾਵਅਰਥ ਸਮਝ ਲਈ ਕਈ ਵਾਰ ਸਾਨੂੰ ਵਿਪਰਵਾਦ ਦਾ ਬ੍ਰਾਹਮਣੀ ਗ੍ਰੰਥਾਂ ਦੇ ਹਵਾਲੇ ਜਾਂ ਪੁਸਤਕਾਂ ਜਾਂ ਸਿਮਰਤੀਆਂ ਆਦਿ ਵੀ ਦੇਖਣੀਆਂ ਪੈਂਦੀਆਂ ਹਨ, ਜਿੱਥੇ ਉਹ ਲਫ਼ਜ਼ ਮਿਲਦੇ ਹਨ। ਕੁਝ ਐਸੇ ਲਫ਼ਜ਼ ਹਨ ਜਿਹੜੀਆਂ ਸਾਨੂੰ ਉਹਦੇ ਤੋਂ ਦੇਖਣੀਆਂ ਪੈਂਦੀਆਂ ਹਨ ਤਾਂ ਕਿ ਅਸੀਂ ਚੰਗੀ ਤਰ੍ਹਾਂ ਉਹਨਾਂ ਚੀਜ਼ਾਂ ਨੂੰ ਸਮਝ ਸਕੀਏ। ਤੋ ਸਿੱਖ ਰਹਿਤ ਮਰਿਆਦਾ ਦਾ ਆਰੰਭਤਾ ਦਾ ਜਿਹੜਾ ਲਫ਼ਜ਼ ਹੈ ਉਹ ਸਿੱਖ ਹੈ। ਇਹ ਵੀ ਮਹੱਤਵਪੂਰਨ ਚੀਜ਼ ਇਹ ਹੈ ਕਿ ਸਿੱਖ ਲਫ਼ਜ਼ ਕਿਸੇ ਵੀ ਵੇਦ, ਸ਼ਾਸਤਰ, ਪੁਰਾਣ ਜਾਂ ਹੋਰ ਗ੍ਰੰਥ ਵਿੱਚ ਨਹੀਂ ਹੈ। ਸਿੱਖ ਲਫ਼ਜ਼ ਜਿਹੜਾ ਹੈ ਹੋਰ ਤਾਂ ਹੋਰ ਕਿ ਇਹ ਸੰਸਕ੍ਰਿਤ ਦੇ ਕਿਤੇ ਪੁਰਾਤਨ ਜਾਂ ਨਵੀਨ ਸ਼ਬਦਕੋਸ਼ ਵਿੱਚ ਵੀ ਨਹੀਂ ਮਿਲਦਾ ਜਿਹੜਾ ਸਿੱਖ ਲਫ਼ਜ਼ ਹੈ। ਦੇਖੋ ਕਿਆ ਕਮਾਲ ਦੀ ਥਿਊਰੀ ਹੈ। ਇਹ ਨਿਆਰਾ ਲਫ਼ਜ਼ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਨਵਾਂ ਲਫ਼ਜ਼, ਔਰ ਜਿਹੜਾ ਪੁਰਾਤਨ ਸ਼ਬਦਕੋਸ਼ਾਂ 'ਚ ਵੀ ਨਹੀਂ ਸੀ ਮਿਲਦਾ, ਇਹ ਸਿੱਖ ਲਫ਼ਜ਼ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ। ਇਸ ਲਫ਼ਜ਼ ਦੇ ਨੂੰ ਸਮਝਣ ਦੇ ਲਈ ਭਾਈ ਗੁਰਦਾਸ ਜੀ ਦੀ ਜਿਹੜੀ ਇੱਕ ਵਾਰ ਆਉਂਦੀ ਹੈ, ਗੁਰਮੁਖ ਪੰਥ ਨਿਰੋਲ ਨਾ ਰਲੇ ਰਲਾਈਐ, ਤੀਜੀ ਵਾਰ ਦੀ 5ਵੀਂ ਪੌੜੀ ਦੇ ਵਿੱਚ ਹੈ ਵੀ ਇੱਕ ਐਸਾ ਨਿਆਰਾ ਪੰਥ ਹੈ ਜਿਹੜਾ ਸਿੱਖ ਪੰਥ ਕਿਸੇ ਹੋਰ ਵਿੱਚ ਰਲਦਾ ਨਹੀਂ ਹੈ। ਸਿੱਖ ਰਹਿਤ ਦਾ ਅਗਲਾ ਲਫ਼ਜ਼ ਹੈ ਮਰਿਆਦਾ। ਮਰਿਆਦਾ ਸੰਸਕ੍ਰਿਤ ਦੀ ਧਾਤ ਮਰਿਆ ਤੋਂ ਬਣਿਆ ਹੈ। ਜਿਹੜਾ ਮਰਿਆਦਾ ਲਫ਼ਜ਼ ਹੈ, ਨਦੀ ਦੇ ਦੋ ਕਿਨਾਰਿਆਂ ਦੇ ਕੰਢਿਆਂ ਨੂੰ ਮਰਿਆ ਕਿਹਾ ਜਾਂਦਾ ਹੈ। ਨਦੀ ਦੇ ਦੋ ਕਿਨਾਰੇ ਦੇ ਜਿਹੜੇ ਹਨ ਉਹਨਾਂ ਦੇ ਕੰਢਿਆਂ ਨੂੰ ਮਰਿਆ ਕਿਹਾ ਜਾਂਦਾ ਹੈ। ਜਿੰਨੀ ਦੇਰ ਤੱਕ ਨਦੀ ਦਾ ਵਹਿਣ ਕਾਇਮ ਹੈ, ਭਾਵ ਉਹਨਾਂ ਕਿਨਾਰਿਆਂ ਦੇ ਵਿੱਚ ਵਹਿੰਦਾ ਹੈ, ਕਿਨਾਰਿਆਂ ਵਿੱਚ ਤੁਰਿਆ ਜਾਂਦਾ ਹੈ, ਵਗਦਾ ਜਾਂਦਾ ਹੈ, ਉਨੀ ਦੇਰ ਉਹ ਲਾਹੇਵੰਦ ਹੈ। ਇਹ ਮਰਿਆਦਾ ਦੇ ਅੰਦਰ ਹੈ, ਕਿਸੇ ਮਰਿਆਦਾ ਦੇ ਅੰਦਰ ਬੱਝਾ ਹੋਇਆ। ਪਰ ਜਦੋਂ ਇਹ ਨਦੀ ਦਾ ਵਹਿਣ ਆਪਣੀ ਮਰਿਆਦਾ ਜਾਂ ਆਪਣੇ ਕੰਢੇ ਤੋੜ ਦਿੰਦਾ ਹੈ, ਫਿਰ ਹੜ੍ਹ, ਬਰਬਾਦੀ ਤੇ ਤਬਾਹੀ ਹੀ ਮਚਾ ਦਿੰਦਾ ਹੈ। ਇਸ ਦਾ ਮਤਲਬ ਇਹ ਹੋ ਗਿਆ ਕਿ ਮਰਿਆਦਾ ਇੱਕ ਐਸੀ ਚੀਜ਼ ਹੈ ਜਿਹਦੇ ਨਿਯਮਾਂ ਨੂੰ ਤੋੜਨ ਦੇ ਨਾਲ, ਜਿਹੜੇ ਨਿਯਮਾਂ ਨੂੰ ਦੀਆਂ ਉਲੰਘਣਾ ਕਰਨ ਦੇ ਨਾਲ, ਜਿਹਦੇ ਨਿਯਮਾਂ ਨੂੰ ਤਿਆਗ ਦੇਣ ਦੇ ਨਾਲ ਮਨੁੱਖੀ ਸਿੱਖ ਦੇ ਜੀਵਨ ਵਿੱਚ ਵੀ ਉਹ ਨਦੀ ਵਿੱਚ ਆਏ ਹੋਏ ਹੜ੍ਹ ਵਾਂਗੂ ਤਬਾਹੀ ਦਾ ਇੱਕ ਕਾਰਨ ਬਣੇ। ਬੇਵਰਤੀਤਾ ਵਰਤੇ ਬੇਨਿਯਮਾ ਜਿਹੜਾ ਜੀਵਨ ਹੈ ਉਹ ਕਦੀ ਮੰਜ਼ਿਲ ਦੀ ਪ੍ਰਾਪਤੀ ਨਹੀਂ ਕਰ ਸਕਦਾ।
ਜ਼ਰੂਰੀ ਸੀ ਕਿ ਇਸ ਮਰਿਆਦਾ ਦੇ ਵਿੱਚ ਬੰਨਣਾ। ਸਿੱਖ ਦੀ ਜੀਵਨ ਜਾਤ ਜਿੰਨੀ ਦੇਰ ਤੱਕ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਦੋ ਕਿਨਾਰਿਆਂ ਦੇ ਅੰਦਰ ਹੈ, ਉਨੀ ਦੇਰ ਇਹ ਜੀਵਨ ਹੈ। ਇਹ ਗੱਲ ਮੈਂ ਫਿਰ ਦੁਹਰਾ ਰਿਹਾ ਕਿ ਸਿੱਖ ਦਾ ਜੀਵਨ ਜਿੰਨੀ ਦੇਰ ਤੱਕ ਦੋ ਕਿਨਾਰੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਅੰਦਰ ਚੱਲਦਾ ਹੈ, ਉਨੀ ਦੇਰ ਇਹ ਜੀਵਨ ਹੈ। ਆਪਣੇ ਮੰਜ਼ਿਲੇ ਮਕਸੂਦ ਤੇ ਪਹੁੰਚ ਜਾਏਗਾ। ਪਰ ਜਦੋਂ ਇਹ ਜੀਵਨ ਦੀ ਧਾਰਾ ਮਰਿਆਦਾ ਤੋਂ ਬਾਹਰ ਚਲੀ ਜਾਏਗੀ ਤਾਂ ਫਿਰ ਇਹ ਜੀਵਨ ਮੰਜ਼ਿਲ ਦੀ ਪ੍ਰਾਪਤੀ ਨਹੀਂ ਕਰ ਸਕੇਗਾ। ਤਾਂ ਸਿੱਖ ਲਈ ਇਹ ਕਹਿ ਲਈਏ ਇੱਕ ਰਾਮਕਾਰ ਦੀ ਤਰ੍ਹਾਂ ਹੈ, ਇੱਕ ਲਕੀਰ ਹੈ ਜਿਹਨੂੰ ਪਾਰ ਕਰਨਾ ਔਖਾ ਹੈ। ਇਹ ਅਸੀਂ ਕਈ ਵਾਰੀ ਅਸੀਂ ਗੱਲ ਕਰ ਦਿੰਦੇ ਹਾਂ ਵੀ ਭਾਵੇਂ ਪਾਣੀ ਸਿਰ ਤੋਂ ਇੱਕ ਗਠੂਤਾ ਵੀ ਲੰਘ ਜਾਏ ਜਾਂ ਇੱਕ ਨੇਜੇ ਜਿੰਨਾ ਉੱਚਾ ਵੀ ਚਲਾ ਜਾਏ, ਇਹ ਮਰਿਆਦਾ ਦੇ ਉਲਟ ਕੰਮ ਹੈ। ਪਾਣੀ ਅਸੀਂ ਜੇ ਥੋੜੀ ਜਿਹੀ ਲੰਘਣਾ ਕਰ ਲਈ, ਕਈ ਵਾਰੀ ਛੋਟੀ ਜਿਹੀ ਗੱਲ ਇੰਨੀ ਕਿ ਤਾਂ ਭੁੱਲ ਹੋਈ ਹੈ, ਇਹਦਾ ਕੀ ਫਰਕ ਪੈਂਦਾ। ਮਰਿਆਦਾ ਦੀ ਭੁੱਲ ਭਾਵੇਂ ਛੋਟੀ ਹੈ ਭਾਵੇਂ ਵੱਡੀ ਹੈ, ਜਦੋਂ ਇਹਦੇ ਕਿਨਾਰਿਆਂ ਨੂੰ ਅਸੀਂ ਪਾਣੀ ਨਦੀ ਦੇ ਕਿਨਾਰਿਆਂ ਤੋਂ ਥੋੜਾ ਜਿਹਾ ਵੀ ਉਛਲ ਪੈਂਦਾ, ਭਾਵੇਂ ਇੱਕ ਗੁੱਠ ਉਛਲ ਜਾਂਦਾ ਹੈ, ਉਹਦਾ ਵੀ ਨੁਕਸਾਨ ਜਿਹੜਾ ਹੈ ਉਹ ਹੁੰਦਾ ਹੀ ਹੈ। ਸਿੱਖ ਦੀ ਰਹਿਤ ਮਰਿਆਦਾ ਦਾ ਇੱਕ ਮਹੱਤਵਪੂਰਨ ਪਹਿਲੂ ਹੋਰ ਵੀ ਇਹ ਹੈ ਕਿ ਇਸ ਰਹਿਤ ਮਰਿਆਦਾ ਦੇ ਆਧਾਰ ਤੇ ਭਾਰਤ ਦੀਆਂ ਅਦਾਲਤਾਂ ਵਿੱਚ ਵੀ ਬਹੁਤ ਸਾਰੇ ਫੈਸਲੇ ਜਿਹੜੇ ਹਨ ਉਹ ਇਕੱਲੇ ਭਾਰਤ ਦੀਆਂ ਅਦਾਲਤਾਂ ਵਿੱਚ ਨਹੀਂ ਹੋਏ, ਵਿਦੇਸ਼ਾਂ ਵਿੱਚ ਵੀ ਰਹਿਤ ਮਰਿਆਦਾ ਦੇ ਹਵਾਲੇ ਦਿੱਤੇ ਗਏ ਹਨ ਜਦੋਂ ਸਿੱਖ ਮਸਲੇ ਆਉਂਦੇ ਹਨ। ਇਹਦੇ ਨਾਲ ਹੀ ਕਈ ਕਾਨੂੰਨ ਜਿਹੜੇ ਰਾਜ ਸਰਕਾਰਾਂ ਜਾਂ ਕੇਂਦਰ ਸਰਕਾਰਾਂ ਵੱਲੋਂ ਬਣਾਏ ਜਾਂਦੇ ਹਨ, ਉਹਨਾਂ ਵਿੱਚ ਵੀ ਸਿੱਖ ਰਹਿਤ ਮਰਿਆਦਾ ਦੇ ਨਿਯਮਾਂ ਨੂੰ ਦੇਖਿਆ ਜਾਂਦਾ ਹੈ। ਇਸ ਤਰ੍ਹਾਂ ਇਹ ਗੱਲ ਕਹਿ ਲਈਏ ਕਿ ਸਿੱਖ ਰਹਿਤ ਮਰਿਆਦਾ ਨੂੰ ਕਿਸੇ ਨਾ ਕਿਸੇ ਹਾਲਤ ਵਿੱਚ ਕਾਨੂੰਨੀ ਦਸਤਾਵੇਜ਼ ਵੀ ਮੰਨਿਆ ਗਿਆ ਹੈ। ਇਹਦੇ ਲਈ ਦੋ ਤਿੰਨ ਉਦਾਹਰਨਾਂ ਮੈਂ ਆਪ ਜੀ ਦੇ ਸਾਹਮਣੇ ਵੀ ਰੱਖ ਸਕਦਾ ਹਾਂ। ਇਹ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਦਾ ਇੱਕ ਮੁਕੱਦਮਾ ਨੰਬਰ 215/2009 ਦੇ ਵਿੱਚ ਇਹ ਕੇਸ ਸੀ। ਉਹਦੇ ਵਿੱਚ ਸਿੱਖ ਰਹਿਤ ਮਰਿਆਦਾ ਦੇ ਹਵਾਲੇ ਦੇ ਨਾਲ ਫੈਸਲੇ ਜਿਹੜੇ ਹਨ ਉਹ ਕੀਤੇ ਗਏ ਹਨ। ਇਸ ਤਰ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਇੱਕ ਦਿਲਾਵਰ ਸਿੰਘ ਦਾ ਮੁਕੱਦਮਾ ਜਿਹੜਾ ਸੀ, ਉਹਦੇ 'ਚ ਸਿੱਖ ਰਹਿਤ ਮਰਿਆਦਾ ਦੇ ਬਣਾਏ ਜਾਣ ਦਾ ਪੂਰਾ ਇਤਿਹਾਸ ਹੀ ਦਰਜ ਕੀਤਾ ਗਿਆ ਹੈ। ਇਸ ਵਿੱਚ 1927 ਵਿੱਚ ਰੋਹ ਰੀਤੀ ਕਮੇਟੀ ਤੇ ਬਣਾਏ ਜਾਣ ਤੋਂ ਲੈ ਕੇ 1945 ਤੱਕ ਦੀ ਸਿੱਖ ਰਹਿਤ ਮਰਿਆਦਾ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਨੂੰ ਪ੍ਰਵਾਨ ਕਰਨ ਦਾ ਪੂਰਾ ਵੇਰਵਾ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ ਉਸ ਮੁਕੱਦਮੇ ਦੇ ਵਿੱਚ ਵੀ। ਖੈਰ ਮੈਂ ਇਸ ਡਿਟੇਲ ਵਿੱਚ ਨਾ ਜਾਵਾਂ, ਮੈਂ ਸਿਰਫ ਇੰਨਾ ਕਿ ਕਹਿਣੀ ਚਾਹੁੰਦਾ ਹਾਂ ਕਿ ਜਦੋਂ ਅਦਾਲਤਾਂ ਵਿੱਚ ਕੋਈ ਸਿੱਖੀ ਦੇ ਸੰਬੰਧਿਤ ਫੈਸਲੇ ਹੁੰਦੇ ਹਨ ਤਾਂ ਉਹਨਾਂ ਫੈਸਲਿਆਂ ਨੂੰ ਵਿੱਚ ਵੀ ਸਿੱਖ ਰਹਿਤ ਮਰਿਆਦਾ ਦੇ ਹਵਾਲੇ ਜਿਹੜੇ ਹਨ ਉਹ ਦਿੱਤੇ ਜਾਂਦੇ ਹਨ। ਕੇਸ ਰੱਖਣੇ, ਕੇਸਾਂ ਦੀ ਬੇਅਦਬੀ ਨਾ ਕਰਨੀ, ਕਿਰਪਾਨ ਪਾਉਣੀ, ਇਹ ਹਵਾਲੇ ਜਿਹੜੇ ਹਨ ਤੁਹਾਨੂੰ ਹੋਰ ਗ੍ਰੰਥਾਂ ਵਿੱਚੋਂ ਨਹੀਂ ਮਿਲਦੇ। ਈਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਸੀਂ ਕਿਤੇ ਇਹ ਨਹੀਂ ਕਹਿ ਸਕਦੇ ਵੀ ਉੱਥੇ ਕਿਰਪਾਨ ਪਾਉਣ ਦੀ ਹਦਾਇਤ ਲਿਖੀ ਗਈ ਹੈ। ਇਹ ਸਿੱਖ ਕਨਸਟੀਟਿਊਸ਼ਨ ਮੁਤਾਬਕ, ਸਿੱਖ ਰਹਿਤ ਮਰਿਆਦਾ ਮੁਤਾਬਕ ਸਾਡੀਆਂ ਰਹਿਤਾਂ ਜਿਹੜੀਆਂ ਹਨ, ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੂੰ ਹੋਰ ਢੰਗ ਨਾਲ ਬਿਆਨ ਕੀਤਾ ਗਿਆ ਹੋਵੇਗਾ, ਗੁਰੂ ਵਾਲੇ ਬਣਨ ਦੀ ਪ੍ਰੇਰਨਾ ਕੀਤੀ ਗਈ ਹੋਵੇਗੀ, ਪਰ ਗੁਰੂ ਵਾਲੇ ਬਣਨ ਦੀ ਮਰਿਆਦਾ ਜੋ ਸਿੱਖੀ ਦੀ ਹੈ ਉਹ ਸਿੱਖ ਰਹਿਤ ਮਰਿਆਦਾ ਵਿੱਚ ਵਰਣਨ ਕੀਤੀ ਗਈ ਹੈ। ਇਸੇ ਵਾਸਤੇ ਹੀ ਇਸ ਰਹਿਤ ਮਰਿਆਦਾ ਨੂੰ ਕਈ ਮੁਕੱਦਮਿਆਂ ਦੇ ਫੈਸਲਿਆਂ ਦੇ ਵਿੱਚ ਵੀ ਇਸਤੇਮਾਲ ਕੀਤਾ ਗਿਆ ਹੈ। ਤੋ ਇਹ ਜਿੱਥੇ ਇਹ ਮਰਿਆਦਾ, ਹੁਣ ਇੱਕ ਸਵਾਲ ਸਵਾਲ ਖੜਾ ਹੋ ਗਿਆ, ਜਿਹੜਾ ਕੱਲ ਵੀ ਇੱਕ ਸਵਾਲ ਆਇਆ ਸੀ ਕਿ ਇਹ ਮਰਿਆਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਹੈ ਕਿ ਹਾਲੇ ਵੀ ਇਹ ਖਰੜਾ ਹੀ ਹੈ। ਮੈਂ ਬੇਨਤੀ ਕਰਦਾ ਕਿ ਕਈ ਵਾਰੀ ਅਸੀਂ ਅਣਜਾਣੇ 'ਚ ਇਹ ਗੱਲ ਕਹਿ ਦਿੰਦੇ ਆ ਕਿ ਸਿੱਖ ਰਹਿਤ ਮਰਿਆਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਾਈ ਹੋਈ ਹੈ, ਇਹ ਖਰੜਾ ਹੀ ਹੈ। ਤੇ ਅਸੀਂ ਆਮ ਤੌਰ ਤੇ ਗੱਲ ਕਈਆਂ ਕੋਲ ਸੁਣੀ ਹੈ, ਜਿਹੜੇ ਰਹਿਤ ਮਰਿਆਦਾ ਨੂੰ ਨਹੀਂ ਮੰਨਣਾ ਚਾਹੁੰਦੇ ਜਾਂ ਰਹਿਤ ਮਰਿਆਦਾ ਤੋਂ ਆਪਣਾ ਪੱਲਾ ਛਡਾਉਣਾ ਚਾਹੁੰਦੇ ਹਨ, ਇਹ ਗੱਲ ਕਹਿ ਦਿੰਦੇ ਨੇ ਤੇ ਖਰੜਾ ਹੀ ਹੈ, ਇਹਨੂੰ ਕਿਹੜਾ ਕੋਈ ਲਿਖੀ ਹੋਈ ਚੀਜ਼ਾਂ ਹੋਰ ਨੇ। ਇਹ ਬਿਲਕੁਲ ਗਲਤ ਤੇ ਸਰਾਸਰ ਭੁਲੇਖਾ ਪਾਉਣ ਦੀਆਂ ਸਾਜ਼ਿਸ਼ਾਂ ਹਨ। ਇਹ ਮਰਿਆਦਾ ਸਮੁੱਚੇ ਖਾਲਸਾ ਪੰਥ ਦੀ ਹੈ। ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਤਿਆਰ ਹੋਈ ਹੈ। ਸ਼੍ਰੋਮਣੀ ਕਮੇਟੀ ਨੇ ਤਾਂ ਇਸ ਮਰਿਆਦਾ ਨੂੰ ਕੇਵਲ ਸਾਧਨ ਤੇ ਸਹੂਲਤਾਂ ਹੀ ਪ੍ਰਦਾਨ ਕੀਤੀਆਂ ਸਨ। ਇਹਨੂੰ ਬਣਾਉਣ ਲਈ ਸਾਧਨ ਤੇ ਸਹੂਲਤਾਂ ਪ੍ਰਦਾਨ ਕੀਤੀਆਂ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਤੇ ਸਿੱਖ ਰਹਿਤ ਮਰਿਆਦਾ ਸਮੁੱਚੇ ਖਾਲਸਾ ਪੰਥ ਦੀ ਹੈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਗੁਰੂ ਪੰਥ ਦੀ ਪ੍ਰੇਰਿਤ ਸੰਸਥਾ ਹੋਣ ਕਰਕੇ ਕੇਵਲ ਇਸ ਦੇ ਪ੍ਰਕਾਸ਼ਨ, ਪ੍ਰਚਾਰਨ ਤੇ ਲਾਗੂ ਕਰਨ ਲਈ ਮੁੱਖ ਜ਼ਿੰਮੇਵਾਰ ਹੈ। ਸਿੱਖ ਰਹਿਤ ਮਰਿਆਦਾ ਦਾ ਅਜੋਕਾ ਰੂਪ ਖਰੜਾ ਡਰਾਫਟ ਨਹੀਂ ਹੈ। ਦੀ ਕੋਡ ਆਫ ਸਿੱਖ ਕੰਡਕਟ ਐਂਡ ਕਨਵੈਨਸ਼ਨ ਹੈ। ਇਹ ਕੇਵਲ ਡਰਾਫਟ ਨਹੀਂ ਹੈ ਜੋ 12 ਅਕਤੂਬਰ 1936 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੋਹਨ ਸਿੰਘ ਜੀ ਨੇ ਪੰਥ ਦੇ ਨਾਮ ਜਾਰੀ ਕੀਤਾ, ਜਾਂ ਦੂਜੇ ਲਫ਼ਜ਼ਾਂ ਵਿੱਚ ਸਮੁੱਚਾ ਪੰਥ ਇਸ ਅਨੁਸਾਰ ਚੱਲਣ ਲਈ ਵਚਨਬੱਧ ਹੋਇਆ। ਤਾਂ ਇਹ ਜਿਹੜਾ ਖਰੜਾ, ਇਸ ਲਿਖਤ ਨੂੰ ਜਿਹੜਾ ਖਰੜਾ ਕਿਹਾ ਜਾਂਦਾ ਹੈ, ਉਹ ਉਨੀ ਦੇਰ ਤੱਕ ਹੁੰਦਾ ਜਦੋਂ ਤੱਕ ਉਹ ਕਾਨੂੰਨ ਨਹੀਂ ਬਣ ਜਾਂਦਾ। ਕੋਈ ਚੀਜ਼ ਵੀ ਜਦ ਨੂੰ ਖਰੜਾ ਉਨੀ ਦੇਰ ਤੱਕ ਕਿਹਾ ਜਾਂਦਾ ਹੈ ਜਦੋਂ ਤੱਕ ਉੱਤੇ ਵਿਚਾਰਾਂ ਹੁੰਦੀਆਂ ਰਹਿੰਦੀਆਂ ਹਨ। ਪਰ ਜਦੋਂ ਵਿਚਾਰਾਂ ਹੋ ਕੇ ਕਿਸੇ ਦੇਸ਼ ਵਿੱਚ ਵੀ ਜਾਂ ਹੋਰ ਤੇ ਪ੍ਰਵਾਨ ਹੋ ਜਾ, ਫਿਰ ਕਾਨੂੰਨ ਬਣ ਜਾਂਦਾ ਹੈ। ਤੇ ਜਦੋਂ ਉਹ ਕਾਨੂੰਨ ਬਣ ਜਾਂਦਾ ਹੈ, ਫਿਰ ਉਹਨੂੰ ਖਰੜਾ ਨਹੀਂ ਕਿਹਾ ਜਾ ਸਕਦਾ, ਕਿ ਡਰਾਫਟ ਨਹੀਂ ਕਿਹਾ ਜਾ ਸਕਦਾ, ਸਗੋਂ ਸਿੱਖ ਕੋਡ ਆਫ ਕੰਡਕਟ ਜਿਹੜਾ ਹੈ ਉਹਨੂੰ ਕਿਹਾ ਜਾ ਸਕਦਾ ਹੈ। ਸਿੱਖ ਰਹਿਤ ਮਰਿਆਦਾ ਨੂੰ ਪੱਕਿਆਂ ਤੌਰ ਤੇ ਲਿਖਤੀ ਰੂਪ ਵਿੱਚ ਅੰਕਿਤ ਕਰਨ ਦਾ ਸ਼੍ਰੋਮਣੀ ਕਮੇਟੀ ਦਾ ਇਹ ਪਹਿਲਾ ਉਪਰਾਲਾ ਨਹੀਂ ਸੀ। ਮੈਂ ਇੱਕ ਹੋਰ ਆਪ ਜੀ ਨੂੰ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ। ਇਸ ਤੋਂ ਪਹਿਲਾਂ ਵੀ ਸਨ 1914 ਦੇ ਵਿੱਚ 1914 ਦੇ ਵਿੱਚ ਗਿਆਨੀ ਅਵਤਾਰ ਸਿੰਘ ਜਵੀਰੀਆ ਦੀ ਰਚਿਤ ਖਾਲਸਾ ਧਰਮ ਸ਼ਾਸਤਰ ਨਾਮ ਦੀ ਤਕਰੀਬਨ 450 ਪੰਨਿਆਂ ਦੀ ਪੁਸਤਕ ਜਿਹੜੀ ਹੈ ਉਹ ਛਪ ਚੁੱਕੀ ਸੀ। ਅਵਤਾਰ ਸਿੰਘ ਵਹੀਰੀਆ ਦੇ ਨਾਂ ਦੇ ਉੱਤੇ ਇੱਕ ਖਾਲਸਾ ਧਰਮ ਸ਼ਾਸਤਰ ਨਾਮ ਦੀ ਪੁਸਤਕ ਸੀ, ਜਿਹਦੇ ਤਕਰੀਬਨ 450 ਪੰਨੇ ਸਨ, ਉਹ ਛਪੀ ਸੀ। ਇਸ ਵਿੱਚ ਪ੍ਰਾਪਤ ਸਰੋਤਾਂ ਅਤੇ ਸਾਰੇ ਰਹਿਤਨਾਮਿਆਂ ਦੇ ਵਿਚਾਰ ਕਰਕੇ ਇੱਕ ਵੱਡੀ ਪੁਸਤਕ ਜਿਹੜੀ ਸੀ ਉਹਨਾਂ ਨੇ ਪੰਥ ਦੀ ਝੋਲੀ ਵਿੱਚ ਪਾਈ ਸੀ। ਤਕਰੀਬਨ ਇਸੇ ਸਮੇਂ ਹੀ ਇੱਕ ਹੋਰ ਉਪਰਾਲਾ ਹੋਇਆ, ਉਹ ਸੀ ਪੰਥ ਦੀ ਪ੍ਰਮੁੱਖ ਜਥੇਬੰਦੀ ਪ੍ਰਮੁੱਖ ਜਮਾਤ ਚੀਫ ਖਾਲਸਾ ਦੀਵਾਨ ਵੱਲੋਂ ਸੀ। ਚੀਫ ਖਾਲਸਾ ਦੀਵਾਨ ਨੇ ਬਕਾਇਦਾ ਰਹੁ ਰੀਤੀ ਕਮੇਟੀ ਦਾ ਗਠਨ ਕਰਕੇ ਸਿੱਖ ਰਹਿਤ ਮਰਿਆਦਾ ਦਾ ਖਰੜਾ ਤਿਆਰ ਕਰਵਾਇਆ। ਸਾਰੇ ਪੰਥ ਵਿੱਚ ਇਸ ਨੂੰ ਵੱਡੀ ਗਿਣਤੀ ਵਿੱਚ ਛਾਪ ਕੇ ਵੰਡਿਆ। ਉਸ ਸਮੇਂ ਅਤੇ ਪੰਥਕ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਇੱਕ ਤੋਂ ਵੱਧ ਵਾਰ ਆਪਣੀਆਂ ਰਾਵਾਂ ਇਸ ਖਰੜੇ ਬਾਰੇ ਪੇਸ਼ ਕੀਤੀਆਂ। ਉਸ ਤੋਂ ਬਾਅਦ ਇਹ ਖਰੜਾ ਪ੍ਰਵਾਨ ਹੋ ਕੇ ਪੰਥਕ ਮਰਿਆਦਾ ਦਾ ਰੂਪ ਧਾਰਨ ਕਰ ਗਿਆ। ਇਸ ਨੂੰ ਚੀਫ ਖਾਲਸਾ ਦੀਵਾਨ ਵੱਲੋਂ ਗੁਰਮਤਿ ਪ੍ਰਕਾਸ਼ ਭਾਗ ਸੰਸਕਾਰ ਦੇ ਨਾਮ ਹੇਠ ਪ੍ਰਕਾਸ਼ ਕੀਤਾ ਗਿਆ। ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਿਆਦਾ ਕਾਫੀ ਹੱਦ ਤੱਕ ਗੁਰਮਤਿ ਪ੍ਰਕਾਸ਼ ਭਾਗ ਸੰਸਕਾਰ ਦਾ ਇੱਕ ਵਿਸਥਾਰ ਤੇ ਸੋਧਿਆ ਹੋਇਆ ਰੂਪ ਹੀ ਕਿਹਾ ਜਾ ਸਕਦਾ ਹੈ। ਇਹ ਮੈਂ ਬੇਨਤੀ ਕਰਦਿਆਂ ਵੀ ਇਹ ਕੇਸ ਸ਼੍ਰੋਮਣੀ ਕਮੇਟੀ ਦੀ ਇਕੱਲੀ ਮਰਿਆਦਾ ਨਹੀਂ ਹੈ। ਇਸ ਤੋਂ ਪਹਿਲਾਂ ਸਰ ਅਵਤਾਰ ਸਿੰਘ ਵਹੀਰੀਆ ਦੀ ਪੁਸਤਕ ਖਾਲਸਾ ਧਰਮ ਸ਼ਾਸਤਰ ਔਰ ਚੀਫ ਖਾਲਸਾ ਦੀਵਾਨ ਵੱਲੋਂ ਗੁਰਮਤਿ ਪ੍ਰਕਾਸ਼ ਭਾਗ ਸੰਸਕਾਰ ਦੇ ਨਾਂ ਦਾ ਜਿਹੜੀ ਪੁਸਤਕ ਸੀ ਉਹ ਛਾਪੀ ਜਾ ਚੁੱਕੀ ਸੀ। ਔਰ ਗੁਰਮਤਿ ਪ੍ਰਕਾਸ਼ ਭਾਗ ਸੰਸਕਾਰ ਨੂੰ ਧਿਆਨ ਨਾਲ ਪੜ੍ਹਿਆ, ਇਹ ਗੱਲ ਸਾਡੇ ਸਾਹਮਣੇ ਆ ਜਾਂਦੀ ਹੈ ਕਿ ਮੌਜੂਦਾ ਸਿੱਖ ਰਹਿਤ ਮਰਿਆਦੀਆਂ ਦੀਆਂ ਕਈ ਐਸੀਆਂ ਮੱਦਾਂ ਬਾਰੇ ਸ਼ੰਕੇ ਤੇ ਇਤਰਾਜ਼ ਇਹ ਕਹਿ ਕੇ ਪ੍ਰਗਟ ਕੀਤੇ ਜਾਂਦੇ ਹਨ ਕਿ ਇਹ ਮੱਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈਆਂ ਗਈਆਂ ਹਨ ਅਤੇ ਇਹਨਾਂ ਦਾ ਕੋਈ ਇਤਿਹਾਸਕ ਜਾਂ ਪੰਥਕ ਸਰੋਤ ਨਹੀਂ ਹੈ। ਇਹ ਬਿਲਕੁਲ ਝੂਠਾ ਤੇ ਨਿਰਮੂਲ ਹੀ ਸਿੱਧ ਹੋ ਜਾਂਦਾ ਹੈ, ਕਿਉਂਕਿ ਉਹਦੇ ਵਿੱਚ ਵੀ ਇਹ ਮੱਦਾਂ ਜਿਹੜੀਆਂ ਹਨ ਇਹ ਦਰਜ ਕੀਤੀਆਂ ਗਈਆਂ ਹਨ। ਤੋਂ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਸਿੱਖ ਰਹਿਤ ਮਰਿਆਦਾ ਦੀ ਤਿਆਰੀ 1925 ਦੇ ਵਿੱਚ ਆਰੰਭ ਹੁੰਦੀ ਹੈ ਅਤੇ 1936 ਵਿੱਚ ਇਸ ਨੂੰ ਗੁਰੂ ਪੰਥ ਦੀ ਪ੍ਰਵਾਨਗੀ ਮਿਲੀ ਹੈ। ਉਪਰੰਤ ਧਰਮ ਪ੍ਰਚਾਰ ਦੀ ਕਮੇਟੀ ਨੇ ਕਈ ਇਕੱਤਰਤਾਵਾਂ ਕਰਕੇ ਇਸ ਨੂੰ ਸੋਧਿਆ। 1945 ਦੇ ਵਿੱਚ ਮੌਜੂਦਾ ਸਰੂਪ ਜਿਹੜਾ ਸਾਡਾ ਸਿੱਖ ਰਹਿਤ ਮਰਿਆਦਾ ਦਾ ਹੈ ਉਹ ਸਾਡੇ ਸਾਹਮਣੇ ਅੱਜ ਜੋ ਹੈ ਉਹ ਆਉਂਦਾ ਹੈ। ਇਹ ਕਹਿ ਲਈਏ ਕਿ ਇਸ ਤੋਂ ਸਪਸ਼ਟ ਹੈ ਕਿ ਪੰਥ ਨੇ ਬੜੀ ਮਿਹਨਤ ਕਰਕੇ ਬੜਾ ਸਿਰ ਜੋੜ ਕੇ ਇਹ ਰਹਿਤ ਮਰਿਆਦਾ ਜਿਹੜੀ ਸੀ ਤਿਆਰ ਕੀਤੀ ਸਨ। ਇਸ ਤੋਂ ਪਹਿਲਾਂ ਜਾਣੇ ਵਿੱਚ ਪਾਇਆ ਇਹ ਭੁਲੇਖਾ ਬਿਲਕੁਲ ਝੂਠ ਸਾਬਤ ਹੋ ਜਾਂਦਾ ਹੈ ਕਿ 1933 ਵਿੱਚ ਰਹੁ ਰੀਤੀ ਕਮੇਟੀ ਵਿੱਚ ਗਰਮਾ ਬਹਿਸ ਦਾ ਕੋਈ ਸਿੱਟਾ ਹੀ ਨਹੀਂ ਸੀ ਨਿਕਲਿਆ ਅਤੇ 1945 ਤੱਕ ਇਹ ਵਖਰੇਵੇਂ ਬਣੇ ਰਹੇ। ਇਹ ਝੂਠ ਹਨ, ਇਹ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਹੈ। ਪੰਥ ਵੱਲੋਂ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਕੀਤੀਆਂ ਬੇਅੰਤ ਕੁਰਬਾਨੀਆਂ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਉਸ ਸਮੇਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਹਨੂੰ ਅਸੀਂ ਹਰਿਮੰਦਰ ਸਾਹਿਬ ਵੀ ਕਹਿੰਦੇ ਹਾਂ ਦੇ ਨੇੜੇ ਅਤੇ ਕਮੇਟੀ ਦੇ ਅਧੀਨ ਗੁਰਦੁਆਰਿਆਂ ਦੀ ਮਰਿਆਦਾ ਵਿੱਚ ਬਹੁਤ ਫਰਕ ਸੀ। ਇੱਕ ਸਾਰਤਾ ਵੀ ਨਹੀਂ ਸੀ। ਹਰ ਗੁਰਦੁਆਰੇ ਵਿੱਚ ਅਰਦਾਸ ਪ੍ਰਸ਼ਾਦ ਸਿਰੋਪਾਓ
ਕਿ ਸਾਰੀਆਂ ਮਰਿਆਦਾ ਵੱਖਰੀਆਂ ਵੱਖਰੀਆਂ ਤੁਰੀਆਂ ਆਉਂਦੀਆਂ ਸਨ। ਇਹ ਗੱਲ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਪੰਨਾ 301 ਦੇ ਉੱਤੇ ਇੱਕ ਲਿਖਤ ਹੈ, ਉਹਦੇ ਚ ਮਿਲਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਲੋਕਲ ਕਮੇਟੀ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਆ ਜਾਣ ਤੋਂ ਪਹਿਲਾਂ ਪੁਜਾਰੀਆਂ ਦੇ ਸਮੇਂ ਸਿੱਖ ਧਰਮ ਪ੍ਰਚਾਰ ਭਾਵ ਗੁਰਮਤਿ ਪ੍ਰਚਾਰ ਦਾ ਕੋਈ ਖਾਸ ਪ੍ਰਬੰਧ ਨਹੀਂ ਸੀ। ਸਗੋਂ ਪਰਿਕਰਮਾ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਤੇ ਰਮਾਇਣ ਦੇ ਮਹਾਰਤ ਆਦਿ ਅਤੇ ਹਿੰਦੂ ਮਤਾਂ ਦੇ ਗ੍ਰੰਥਾਂ ਦੀਆਂ ਕਥਾਵਾਂ ਵੀ ਹੁੰਦੀਆਂ ਸਨ ਅਤੇ ਗੁਰਮਤਿ ਵਿਰੁੱਧ ਅਨੁਸਾਰ ਅੰਨੇ ਮਤਾਂ ਦੇ ਮਨਮਤ ਦਾ ਪ੍ਰਚਾਰ ਵੀ ਇੱਥੇ ਕੀਤਾ ਜਾਂਦਾ ਸੀ। ਇਹ ਹਵਾਲਾ ਸਾਨੂੰ ਸ਼੍ਰੋਮਣੀ ਕਮੇਟੀ ਵੱਲੋਂ ਛਪੀ ਹੋਈ ਪੁਸਤਕ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਪੰਨਾ 301 ਦੇ ਉੱਤੇ ਇਹ ਲਿਖਤ ਜਿਹੜੀ ਹੈ ਇਹ ਮਿਲਦੀ ਹੈ। ਤੋ ਇਸ ਵਿਖੜੇ ਹਾਲਤ ਵਿੱਚ ਗੁਰੂ ਪੰਥ ਨੇ ਸਿਰ ਜੋੜ ਕੇ ਸਿੱਖ ਰਹਿਤ ਮਰਿਆਦਾ ਤਿਆਰ ਕੀਤੀ। ਜੇ ਐਸਾ ਨਾ ਹੁੰਦਾ ਤਾਂ ਹਰ ਗੁਰਦੁਆਰੇ ਵਿੱਚ ਵੱਖਰੀਆਂ ਵੱਖਰੀਆਂ ਮਰਿਆਦਾ, ਵੱਖਰੀਆਂ ਵੱਖਰੀਆਂ ਰੋਹ ਰੀਤਾਂ ਚਲਦੀਆਂ ਜਾਣੀਆਂ ਸਨ, ਲਾਗੂ ਹੋਈਆਂ ਰਹਿਣੀਆਂ ਸਨ। ਹਾਲਾਂਕਿ ਹਾਲੇ ਵੀ ਗੁਰਦੁਆਰਿਆਂ ਵਿੱਚ ਵਖਰੇਵਾਂ ਹੈ, ਇੱਥੋਂ ਤੱਕ ਕਿ ਤਖਤ ਸਹਿਬਾਨ ਤੇ ਵੀ ਕੁਝ ਮਰਿਆਦਾ ਦਾ ਵਖਰੇਵਾਂ ਤੁਰਿਆ ਆਉਂਦਾ ਹੈ। ਉਸ ਗੱਲ ਲਈ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਇਹ ਗੱਲ ਚਾਹੀਦੀ ਹੈ ਕਿ ਤਖਤਾਂ ਦੇ ਅਹੁਦੇਦਾਰਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਇਸ ਮਰਿਆਦਾ ਨੂੰ ਉੱਥੇ ਵੀ ਲਾਗੂ ਕਰਨ ਦਾ ਯਤਨ ਕੀਤਾ ਜਾਵੇ, ਨਾ ਕਿ ਉਹਨਾਂ ਨੂੰ ਬਾਹਰ ਕਰਕੇ ਅਸੀਂ ਉਹਨਾਂ ਨੂੰ ਬਾਹਰ ਤਖਤ ਸਾਹਿਬਾਨ ਨੂੰ ਬਾਹਰ ਕਰਕੇ ਅਸੀਂ ਇਸ ਮਰਿਆਦਾ ਨੂੰ ਕੇਵਲ ਥੋੜੇ ਜਿਹੇ ਦਾਇਰੇ ਵਿੱਚ ਸੀਮਿਤ ਕਰ ਦਈਏ। ਇਹ ਮਰਿਆਦਾ ਕਿਸੇ ਇੱਕ ਵਿਅਕਤੀ ਜਾਂ ਕਿਸੇ ਇੱਕ ਸੰਸਥਾ ਜਾਂ ਕਿਸੇ ਇੱਕ ਜਥੇਬੰਦੀ ਦੀ ਨਹੀਂ ਹੈ। ਇਹ ਮਰਿਆਦਾ ਸਮੁੱਚੇ ਪੰਥ ਦੇ ਵੱਲੋਂ ਬਣਾਈ ਗਈ ਮਰਿਆਦਾ ਹੈ ਤੇ ਇਸ ਮਰਿਆਦਾ ਦਾ ਲਾਗੂ ਹੋਣਾ ਗੁਰੂ ਪੰਥ ਦੇ ਨਿਆਰੇਪਨ ਦਾ ਇੱਕ ਸਬੂਤ ਹੈ, ਜਿਹੜਾ ਹੋਣਾ ਹੀ ਚਾਹੀਦਾ ਹੈ। ਜੇ ਵੱਖਰੇ ਵੱਖਰੇ ਗੁਰਦੁਆਰਿਆਂ ਵਿੱਚ ਜੇ ਰਹਿਤ ਮਰਿਆਦਾ ਲਾਗੂ ਨਾ ਹੁੰਦੀ ਤਾਂ ਮਨ ਮਰਜ਼ੀ ਦੀਆਂ ਮਰਿਆਦਾ ਚਲਦੀਆਂ, ਰੋਹ ਰੀਤਾਂ ਚਲਦੀਆਂ, ਉੱਥੇ ਆਪਣੀ ਮਰਜ਼ੀ ਦੇ ਕਰਮ ਕਾਂਡ ਹੁੰਦੇ। ਸਤਿਗੁਰੂ ਜੀ ਦੀ ਰਹਿਮਤ ਹੋਈ ਕਿ ਪੰਥ ਪਰਵਾਨਿਤ ਸਿੱਖ ਰਹਿਤ ਮਰਿਆਦਾ ਅਮਲ ਵਿੱਚ ਲਿਆਂਦੀ ਗਈ। ਇਸ ਤਰ੍ਹਾਂ ਇੱਕ ਐਸਾ ਪੈਮਾਨਾ ਹੈ ਸਾਡੇ ਕੋਲ ਰਹਿਤ ਮਰਿਆਦਾ ਦਾ, ਜਿਹੜਾ ਗੁਰੂ ਪੰਥ ਨੂੰ ਹਮੇਸ਼ਾ ਹੀ ਅਗਵਾਈ ਤੇ ਅਗਾਹ ਕਰਦਾ ਰਹੇਗਾ ਵੀ ਕਿ ਇਹ ਕੰਮ ਕਰਨੇ ਹਨ, ਇਹ ਕੰਮ ਕਿੰਨੇ ਨਹੀਂ ਕਰਨੇ, ਜਾਂ ਇਹ ਕੰਮਾਂ ਦਾ ਸਾਥ ਦੇਣਾ ਹੈ, ਇਹ ਕੰਮਾਂ ਨਹੀਂ ਸਾਥ ਦੇਣਾ। ਜਦੋਂ ਵੀ ਗੁਰੂ ਜੁਗਤ ਵਿੱਚ ਜੁੜ ਕੇ ਖਾਲਸਾ ਪੰਥ ਚਾਹੇ ਸਿੱਖ ਰਹਿਤ ਮਰਿਆਦਾ ਅਨੁਸਾਰ ਵਾਧ ਘਾਟ ਕਰ ਸਕਦਾ ਹੈ, ਪਰ ਵਾਧ ਘਾਟ ਕਰਨ ਦਾ ਅਧਿਕਾਰ ਕੇਵਲ ਇੱਕ ਜਥੇਬੰਦੀ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ, ਨਾ ਹੀ ਵਾਧ ਘਾਟ ਕਰਨ ਦਾ ਅਧਿਕਾਰ ਕਿਸੇ ਖਾਸ ਟਕਸਾਲ ਜਥੇਬੰਦੀ ਜਾਂ ਮਿਸ਼ਨਰੀ ਕਾਲਜ ਕੋਲ ਹੈ, ਨਾ ਹੀ ਵਾਧ ਘਾਟ ਕਰਨ ਦਾ ਅਧਿਕਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਹੈ, ਨਾ ਹੀ 5 ਜਥੇਦਾਰ ਇਕੱਠੇ ਹੋ ਕੇ ਇਸ ਵਿੱਚ ਰਹਿਤ ਮਰਿਆਦਾ ਵਿੱਚ ਵਾਧ ਘਾਟ ਕਰ ਸਕਦੇ ਹਨ। ਜਦੋਂ ਵੀ ਜੁਗਤ ਵਿੱਚ ਗੁਰੂ ਜੁਗਤ ਵਿੱਚ ਜੁੜ ਕੇ ਖਾਲਸਾ ਪੰਥ ਚਾਹੇ ਤਾਂ ਇਸ ਮਰਿਆਦਾ ਵਿੱਚ ਲੋੜ ਅਨੁਸਾਰ ਵਾਧਾ ਘਾਟਾ ਕਰਨ ਦਾ ਅਧਿਕਾਰ ਰੱਖਦਾ ਹੈ, ਜਿਵੇਂ ਕਿ 1945 ਵਿੱਚ ਅਤੇ ਉਸ ਤੋਂ ਬਾਅਦ ਕੁਝ ਵਾਰ ਹੋਇਆ ਵੀ ਹੈ। ਪਰ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਨੂੰ ਇਸ ਵਿੱਚ ਵਾਧੇ ਘਾਟੇ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਤੋ ਇਹ ਕੁਝ ਰਹਿਤ ਮਰਿਆਦਾ ਦੀਆਂ ਜਾਣਕਾਰੀਆਂ ਸਨ। ਹੁਣ ਅਸੀਂ ਸਿੱਖ ਰਹਿਤ ਮਰਿਆਦਾ ਦਾ ਖਰੜੇ ਤੋਂ ਪੰਥ ਪ੍ਰਵਾਨਿਤ ਹੁੰਦਾ ਜੋ ਸਫ਼ਰ ਹੈ, ਜੋ ਪਹਿਲਾ ਪੜਾਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਇਮੀ ਸੀ, ਉੱਥੋਂ ਅਸੀਂ ਅੱਗੇ ਨੂੰ ਤੁਰਦੇ ਹਾਂ। ਕੁਝ ਤਰੀਕਾ ਅਹਿਮ ਹਨ ਕਿ ਕਦੋਂ ਕਦੋਂ ਮੀਟਿੰਗਾਂ ਹੋਈਆਂ, ਜ਼ਰੂਰੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਰਹਿਤ ਮਰਿਆਦਾ ਦੀ ਕਿੰਨੀ ਮਿਹਨਤ ਨਾਲ ਇਹ ਮਰਿਆਦਾ ਬਣੀ ਸੀ। ਮਾਰਚ 1915 ਵਿੱਚ ਚੀਫ ਖਾਲਸਾ ਦੀਵਾਨ ਵੱਲੋਂ 1915 ਵਿੱਚ ਪ੍ਰਕਾਸ਼ਿਤ ਪੁਸਤਕ ਗੁਰਮਤਿ ਪ੍ਰਕਾਸ਼ ਭਾਗ ਸੰਸਕਾਰ ਨਾਮ ਦੀ ਜਿਹੜੀ ਛਾਪੀ ਗਈ ਸੀ, ਇਸ ਦੀ ਭੂਮਿਕਾ ਵਿੱਚ ਹੀ ਇਸ ਦਾ ਮਕਸਦ ਅਤੇ ਸੰਖੇਪ ਇਤਿਹਾਸ ਵਰਣਨ ਕੀਤਾ ਗਿਆ ਹੈ। ਇਸ ਮੁਤਾਬਕ ਸਾਰੇ ਪੰਥ ਲਈ ਇੱਕ ਰਹਿਤ ਮਰਿਆਦਾ ਦੀ ਲੋੜ ਹੈ ਤੇ ਉਸ ਉਪਰਾਲੇ ਬਾਰੇ ਵੀ ਪਤਾ ਲੱਗਦਾ ਹੈ ਜੋ ਇਸ ਪੁਸਤਕ ਦੀ ਭੂਮਿਕਾ ਦੇ ਵਿੱਚ ਹੀ ਅੰਕਿਤ ਕੀਤੇ ਗਏ ਹਨ। ਭੂਮਿਕਾ ਮੈਂ ਆਪ ਜੀ ਨਾਲ ਜ਼ਰੂਰ ਪੜ੍ਹ ਕੇ ਸਾਂਝੀ ਕਰਨੀ ਚਾਹੁੰਦਾ ਹਾਂ। ਉਸੇ ਤਰ੍ਹਾਂ ਹੀ ਪੜਾਂਗਾ ਜੋ ਉਹਦੇ 'ਚ ਲਿਖੀ ਹੋਈ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਭੂਮਿਕਾ ਪੰਥ ਲਈ ਸੰਸਕਾਰਾਂ ਦੇ ਕਰਨ ਲਈ ਇੱਕ ਐਸੀ ਸੰਸਕਾਰਾਂ ਕਰਨ ਦੇ ਪ੍ਰਤੀਕਿਰਿਆ ਦੀ ਪੋਥੀ ਦੀ ਲੋੜ ਸੀ ਜੋ ਪੰਥ ਪ੍ਰਮਾਣਿਕ ਹੋ ਕੇ ਪ੍ਰਕਾਸ਼ ਹੋਵੇ। ਇਹ ਇਸ ਅਰਥ ਚੀਫ ਖਾਲਸਾ ਦੀਵਾਨ ਦੇਰ ਤੋਂ ਪ੍ਰਬੰਧ ਵਿੱਚ ਸੀ। ਅੰਤ 30 ਅਕਤੂਬਰ 1910 ਨੂੰ ਦੀਵਾਨ ਨੇ ਇੱਕ ਕਮੇਟੀ ਨਿਯਤ ਕੀਤੀ। ਇਸ ਕਮੇਟੀ ਨੇ ਆਪਣੀ 17 ਜਨਵਰੀ 1911 ਦੀ ਇਕੱਤਰਤਾ ਵਿੱਚ ਇਹ ਸੇਵਾ ਆਪਣੇ ਇੱਕ ਮੈਂਬਰ ਦੇ ਜ਼ਿੰਮੇ ਸਪੁਰਦ ਕੀਤੀ।
ਉਹਨਾਂ ਦਾ ਖਰੜਾ ਤਿਆਰ ਕਰ ਲੈਣ ਉੱਪਰ ਇਹ ਖਰੜਾ ਕਮੇਟੀ ਦੇ ਮੈਂਬਰਾਂ ਪਾਸ ਵਿਚਾਰ ਲਈ ਗਿਆ। 3, 4, 5 ਜੂਨ 1912 ਨੂੰ ਕਮੇਟੀ ਜੁੜੀ ਤੇ ਯੋਗ ਅਦਲਾ ਬਦਲੀਆਂ ਕਰਕੇ ਖਰੜਾ ਖਾਸ ਹੋ ਕੇ ਛਾਪਿਆ ਗਿਆ ਤੇ ਫਿਰ ਸਾਰੇ ਪੰਥ ਵਿੱਚ ਰਾਵਾਂ ਵਾਸਤੇ ਘੱਲਿਆ ਗਿਆ। ਉਹਦੇ ਦੇਖੋ ਅੱਗੇ ਉਹਨਾਂ ਲਿਖਿਆ, ਉਹਦੇ ਨਾਲ ਦੇਖੋ ਅੰਤ ਕਾ ਇੱਕ। ਫਿਰ 6 ਅਪ੍ਰੈਲ 1913 ਨੂੰ ਸਮਾਗਮ ਹੋਇਆ। 27 ਜੱਥਿਆਂ ਦੇ 105 ਸਜਣਾ ਦੀਆਂ ਰਾਵਾਂ ਪੇਸ਼ ਹੋਈਆਂ। ਫਿਰ ਸਭ ਰਾਵਾਂ ਪਰ ਵਿਚਾਰ ਛਿੜੀ। ਸਰਬਸੰਮਤੀ ਨਾਲ ਕਈ ਇੱਕ ਦਰੁਸਤੀਆਂ ਤੇ ਬਦਲੀਆਂ ਹੋਈਆਂ ਤੇ ਖਰੜਾ ਮੁੜ ਛਾਪਿਆ ਗਿਆ। ਪੰਥਕ ਅਖਬਾਰਾਂ ਵਿੱਚ ਇਹ ਛਾਪਿਆ ਗਿਆ। ਪਹਿਲੇ ਸੰਮਤੀ ਦਾਤਿਆਂ ਜੋ ਉਹਨਾਂ ਕੋਲ ਘੱਲਿਆ ਗਿਆ। ਇਸ ਤੋਂ ਮਗਰੋਂ ਸਮਾਗਮ 28 ਤੇ 29 ਮਾਰਚ 1914 ਨੂੰ ਹੋਇਆ। ਇਸ ਸਮਾਗਮ ਵਿੱਚ 26 ਜੱਥਿਆਂ ਅਤੇ 80 ਸੱਜਣਾ ਵੱਲੋਂ ਰਾਵਾਂ ਆਈਆਂ। ਇਕੱਤਰਤਾ ਵਿੱਚ ਮੈਂਬਰਾਂ ਤੋਂ ਛੁੱਟ ਇੱਕ ਦਿਨ 7 ਤੇ ਦੂਏ ਦਿਨ 23 ਹੋਰ ਸੱਜਣਾ ਨੇ ਦਰਸ਼ਨ ਵੀ ਦਿੱਤੇ। 2 ਦਿਨ ਰਾਤ ਚਿਰ ਤੱਕ ਬੈਠਕ ਤੇ ਸਮਾਗਮਾਂ ਨੇ ਰਾਵਾਂ ਦੀ ਵਿਚਾਰ ਤੇ ਖਰੜੇ ਦੀ ਪੰਥ ਵੱਲੋਂ ਆਈ ਸੰਮਤੀ ਤੇ ਤੰਤ ਮੰਥਨ ਕਰਕੇ ਆਖਰੀ ਦੁਰਸਤੀ ਕੀਤੀ। ਮੁਕੰਮਲ ਕਰਦੇ ਦੀਵਾਨ ਦੀ ਸੇਵਾ ਵਿੱਚ ਘੱਲ ਦਿੱਤਾ। 24 ਮਈ 1914 ਨੂੰ ਇਹ ਕਮੇਟੀ ਦਾ ਪ੍ਰਵਾਨਿਤ ਖਰੜਾ ਚੀਫ ਖਾਲਸਾ ਦੀਵਾਨ ਦੀ ਐਗਜ਼ੈਕਟਿਵ ਕਮੇਟੀ ਵਿੱਚ ਵਿਚਾਰ ਲਈ ਪੇਸ਼ ਹੋਇਆ। ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਵਿੱਚ ਵਿਚਾਰ ਪ੍ਰਵਾਨ ਹੋ ਕੇ ਇਸ ਨੂੰ ਦੀਵਾਨ ਦੀ ਜਨਰਲ ਕਮੇਟੀ ਵਿੱਚ ਘੱਲਿਆ ਗਿਆ। ਜਨਰਲ ਕਮੇਟੀ ਨੇ 18 ਅਕਤੂਬਰ 18/10/1914 ਦੇ ਸਮਾਗਮ ਵਿੱਚ ਪੇਸ਼ ਹੋ ਕੇ ਇਸ ਨੂੰ ਪ੍ਰਵਾਨ ਕੀਤਾ। ਇਉਂ ਪੰਥ ਦੀ ਅਤ ਲੋੜੀਂਦੀ ਵਸਤ ਗੁਰਮਤਿ ਪ੍ਰਕਾਸ਼ ਸੰਸਕਾਰ ਭਾਗ ਸਮੂਹ ਪੰਥ ਦੀਆਂ ਵਿਚਾਰਾਂ ਸੋਚਾਂ ਤੇ ਮਿਹਨਤਾਂ ਨਾਲ ਤਿਆਰ ਤੇ ਮੁਕੰਮਲ ਹੋ ਕੇ ਪੰਥ ਵਿੱਚ ਪ੍ਰਵਿਰਤ ਕੀਤੇ ਜਾਣ ਨਿਮਿਤ ਛਾਪ ਕੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਸਿੱਖਾਂ ਲਈ ਸਾਰੇ ਪੰਥ ਵਿੱਚ ਇਹ ਸੰਸਕਾਰਾਂ ਦੀ ਮਰਿਆਦਾ ਦਾ ਪੁਸਤਕ ਉੱਪਰ ਲਿਖੇ ਤਰੀਕੇ ਨਾਲ ਪੰਥ ਪ੍ਰਵਾਨ ਹੋ ਕੇ ਹੁਣ ਸਾਰਿਆਂ ਲਈ ਮੰਨਣਯੋਗ ਪੁਸਤਕ ਹੈ। ਪਰ ਸਾਰੇ ਸੰਸਕਾਰ ਇਸ ਅਨੁਸਾਰ ਹੋਣੇ ਉਚਿਤ ਹਨ। ਪ੍ਰਾਰਥਕ ਦਾਸ, ਸਕੱਤਰ, ਚੀਫ ਖਾਲਸਾ ਦੀਵਾਨ, ਸ਼੍ਰੀ ਅੰਮ੍ਰਿਤਸਰ, ਮਾਰਚ 1915। ਇਹ ਚੀਫ ਖਾਲਸਾ ਦੀਵਾਨ ਦਾ ਪਹਿਲਾ ਉਦਮ ਸੀ। ਉਸ ਤੋਂ ਬਾਅਦ 15 ਨਵੰਬਰ 1920 ਸਰਦਾਰ ਤੇਜਾ ਸਿੰਘ ਜੀ ਭੁੱਚਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਦੇ ਮੁਖੀਆਂ ਦੇ ਨਾਮ ਇੱਕ ਇਕੱਠ ਲਈ ਹੁਕਮਨਾਮਾ ਜਾਰੀ ਕੀਤਾ। ਇਸ ਆਵਾਜ਼ ਤੇ 15 ਨਵੰਬਰ 1920 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਜ਼ੂਰ ਪ੍ਰਤੀਨਿਧ ਇਕੱਠ ਹੋਇਆ। ਇਸ ਵਿੱਚ 5 ਤਖਤਾਂ, ਗੁਰਦੁਆਰਿਆਂ, ਸਿੰਘ ਸਭਾਵਾਂ, ਸਿੱਖ ਸੁਸਾਇਟੀਆਂ, ਉਸ ਵੇਲੇ 4 ਤਖਤ ਹੁੰਦੇ ਸਨ। 4 ਤਖਤ ਮੈਂ ਜ਼ਬਾਨ ਤੋਂ 5 ਲਿਖਿਆ, ਉਸ ਵੇਲੇ 4 ਤਖਤ ਹੀ ਹੁੰਦੇ ਸਨ। ਤਾਂ ਤਖਤਾਂ ਦੇ, ਗੁਰਦੁਆਰਿਆਂ ਦੇ, ਸਿੰਘ ਸਭਾਵਾਂ ਦੇ, ਸਿੰਘ ਸੁਸਾਇਟੀਆਂ ਦੇ, ਖਾਲਸਾ ਕਾਲਜਾਂ, ਖਾਲਸਾ ਹਾਈ ਸਕੂਲਾਂ, ਪ੍ਰਾਇਮਰੀ ਸਕੂਲਾਂ, ਰਿਆਸਤਾਂ, ਫੌਜਾਂ, ਨਿਹੰਗ ਸਿੰਘਾਂ, ਸਿੱਖ ਸੰਪਰਦਾਵਾਂ ਦੇ ਵਿੱਚ ਪ੍ਰਤੀਨਿਧ ਸੱਦੇ। ਇਸ ਵਿੱਚ ਸ਼ਾਮਲ ਹੋਣ ਵਾਲੇ ਪ੍ਰਤੀਨਿਧੀ ਲਈ ਸ਼ਰਤਾਂ ਇਹ ਸਨ: ਉਹ ਅੰਮ੍ਰਿਤਧਾਰੀ ਹੋਵੇ, 5 ਕਕਾਰਾਂ ਦਾ ਧਾਰਨੀ ਹੋਵੇ, ਨਿਤਨੇਮ ਦੀਆਂ ਬਾਣੀਆਂ ਦਾ ਨਿਤ ਪਾਠ ਕਰਦਾ ਹੋਵੇ, ਅੰਮ੍ਰਿਤ ਵੇਲੇ ਜਾਗਣ ਦਾ ਨੇਮੀ ਹੋਵੇ, ਆਪਣੀ ਕਮਾਈ ਦਾ ਦਸਵੰਧ ਦੇਣ ਵਾਲਾ ਹੋਵੇ। ਇਹ ਸ਼ਰਤਾਂ ਜਿਹੜੀਆਂ 15 ਨਵੰਬਰ 1920 ਨੂੰ ਸਰਦਾਰ ਤੇਜਾ ਸਿੰਘ ਜੀ ਭੁੱਚਰ ਨੇ ਜਦੋਂ ਅਕਾਲ ਤਖਤ ਸਾਹਿਬ ਦੇ ਪੰਥ ਦੇ ਮੁਖੀਆਂ ਦਾ ਇਕੱਠ ਹੋਇਆ, ਉਹਦੇ ਵਿੱਚ ਇਹ ਰੱਖ ਕੇ ਸਨੇਹ ਭੇਜੇ। ਇਸ ਮੀਟਿੰਗ ਵਿੱਚ 175 ਮੈਂਬਰਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਗਈ, ਜਿਸ ਵਿੱਚ ਸਰਕਾਰ ਵੱਲੋਂ ਮੁਕਰਰ ਕੀਤੇ ਹੋਏ 36 ਮੈਂਬਰ ਵੀ ਉਹ ਵੀ ਸ਼ਾਮਲ ਕਰ ਲਏ ਗਏ। ਉਹਨਾਂ ਨੂੰ ਵੀ ਇਸ ਮੀਟਿੰਗ ਵਿੱਚ ਸ਼ਾਮਲ ਕਰ ਲਿਆ ਗਿਆ। ਆਰਜੀ ਤੌਰ ਤੇ ਸਰਦਾਰ ਹਰਬੰਸ ਸਿੰਘ ਅਟਾਰੀ ਨੂੰ ਇਹਦਾ ਪ੍ਰਧਾਨ ਜਿਹੜਾ ਸੀ ਬਣਾਇਆ ਗਿਆ ਤੇ ਨਿਰਣਾ ਕੀਤਾ ਗਿਆ ਕਿ ਸੁੰਦਰ ਸਿੰਘ ਰਾਮਗੜੀਆ ਸਰਬਰਾਹ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਦੀ ਹੈਸੀਅਤ ਵਿੱਚ ਕੰਮ ਚਲਾਉਂਦੇ ਰਹਿਣਗੇ। ਉਸ ਸਮੇਂ ਸਾਡੇ ਬਜ਼ੁਰਗਾਂ ਦਾ ਗੁਰਸਿੱਖੀ ਤੇ ਚੇਤਨਤਾ ਦਾ ਪੱਧਰ ਕਿੰਨਾ ਉੱਚਾ ਸੀ। ਉਹਨਾਂ ਨੇ ਇਹ ਨਹੀਂ ਲਿਖਿਆ ਕਿ ਨਿਤਨੇਮ ਦੀਆਂ ਦਾ ਪਾਠ ਕਰਦਾ ਹੋਵੇ, ਉੱਥੇ ਇਹ ਲਿਖਿਆ ਕਿ ਨਿਤਨੇਮ ਦੀਆਂ ਬਾਣੀਆਂ ਦਾ ਨਿਤ ਪਾਠ ਕਰਦਾ ਹੋਵੇ। ਦੇਖੋ ਉਹਨਾਂ ਦੀ ਚੇਤਨਤਾ ਕਿੰਨੀ ਸੀ। ਪਾਠ ਕਰਦਾ ਹੁੰਦਾ ਵੀ ਛੂਟ ਮਿਲ ਜਾਂਦੀ ਹੈ, ਅੱਜ ਕਰ ਲਿਆ, ਕੱਲ ਨਹੀਂ ਕਰ ਲਿਆ, ਅੱਜ ਕਰ ਲਿਆ, ਕੱਲ ਨਹੀਂ ਕਰ ਲਿਆ। ਪਰ ਉੱਥੇ ਲਫ਼ਜ਼ ਲਿਖੇ ਸਨ ਨਿਤ ਪਾਠ ਕਰਦਾ ਹੋਵੇ। ਨਿਤਨੇਮ ਦਾ ਮਤਲਬ ਵੀ ਰੋਜ਼ ਕਰਨ ਵਾਲਾ ਹੈ, ਪਰ ਉੱਥੇ ਕਲੈਰਿਟੀ ਨਾਲ ਕੀਤੀ ਗਈ ਵੀ ਇਹਦੇ 'ਚ ਕੋਈ ਨਾਗਾ ਨਾ ਪਾਉਂਦਾ ਹੋਵੇ, ਆਪਣੇ ਮਰਿਆਦਾ ਨੂੰ ਪੂਰੀ ਤਰ੍ਹਾਂ ਨਿਭਾਉਂਦਾ ਹੋਵੇ। ਇਹ ਉਸ ਵੇਲੇ ਦੇ ਜਥੇਦਾਰ ਜੀ ਨੇ ਚਿੱਠੀ, ਪੰਥਕ ਆਗੂ ਤੇਜਾ ਸਿੰਘ ਭੁੱਚਰ ਜੀ ਨੇ ਇਹ ਚਿੱਠੀ ਪੰਥ ਦੇ ਨਾਂ ਤੇ ਲਿਖੀ ਸੀ। ਫਿਰ 12 ਦਸੰਬਰ 1920 ਨੂੰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਪਰੋਕਤ 175 ਮੈਂਬਰਾਂ ਦੀ ਪਹਿਲੀ ਮੀਟਿੰਗ ਅਕਾਲ ਤਖਤ ਸਾਹਿਬ ਤੇ ਹੁੰਦੀ ਹੈ। ਇਸ ਵਿੱਚ ਹਰ ਮੈਂਬਰ ਪਹਿਲਾਂ ਪੰਜਾਂ ਪਿਆਰਿਆਂ ਪਾਸੋਂ ਆਪਣੀ ਸੁਧਾਈ ਕਰਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਉੱਪਰਲੀ ਛੱਤ ਤੇ ਜਾਂਦਾ ਸੀ। ਦੇਖੋ, ਉੱਥੇ ਮੈਂਬਰਾਂ ਦੀ ਸੁਧਾਈ ਵੀ ਹੁੰਦੀ ਸੀ। ਹੁਣ ਤਾਂ ਸਾਰਾ ਕੁਝ ਹੀ ਉਲਟਾ ਪੁਲਟਾ ਹੋ ਗਿਆ। ਪਤਾ ਹੀ ਨਹੀਂ ਸਾਡੇ ਮੈਂਬਰਾਂ ਜਿਹੜੇ ਐਸਸੀਪੀਸੀ ਦੇ ਅੱਜ ਮੈਂਬਰ ਸਾਡੇ ਕੋਲ ਹਨ, ਮੈਂ ਕਿੰਤੂ ਪਰੰਤੂ ਨਹੀਂ ਕਰ ਰਿਹਾ, ਲੇਕਿਨ ਉਹਨਾਂ ਦੇ ਜੋ ਪੰਥਕ ਮਰਿਆਦਾ ਤੇ ਉਹ ਮੰਨਦੇ ਆ ਨਹੀਂ ਮੰਨਦੇ ਆ, ਉਹਦਾ ਤੇ ਪਹਿਰਾ ਦਿੰਦੇ ਆ ਨਹੀਂ ਦਿੰਦੇ ਆ, ਕਿਸੇ ਨੂੰ ਕੁਝ ਨਹੀਂ ਪਤਾ। ਔਰ ਨਾ ਹੀ ਕੋਈ ਸੁਧਾਈ ਕਰਨ ਦਾ ਕਦੀ ਕਿਸੇ ਨੇ ਯਤਨ ਕੀਤਾ, ਨਾ ਹੀ ਕਿਸੇ ਨੇ ਪੁੱਛਣ ਦਾ ਯਤਨ ਕੀਤਾ। ਪਰ ਉਸ ਵੇਲੇ ਜਦੋਂ ਪਹਿਲੀ ਮੀਟਿੰਗ ਹੋਈ ਤਾਂ ਹਰ ਮੈਂਬਰ ਨੂੰ ਪਹਿਲਾਂ ਪੰਜਾਂ ਪਿਆਰਿਆਂ ਪਾਸੋਂ ਸੁਧਾਈ ਕਰਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਉੱਪਰ ਛੱਤ ਤੇ ਜਾਂਦਾ ਸੀ। ਇਸ ਮੀਟਿੰਗ ਵਿੱਚ ਜਿਹੜੇ ਅਹੁਦੇਦਾਰ ਚੁਣੇ ਗਏ ਉਹਨਾਂ ਵਿੱਚ ਸਾਧ ਸੁੰਦਰ ਸਿੰਘ ਜੀ ਮਜੀਠਾ ਪ੍ਰਧਾਨ, ਸਾਰ ਹਰਬੰਸ ਸਿੰਘ ਜੀ ਅਟਾਰੀ ਮੀਤ ਪ੍ਰਧਾਨ, ਸਰਦਾਰ ਸੁੰਦਰ ਸਿੰਘ ਜੀ ਰਾਮਗੜੀਆ ਨੂੰ ਸਕੱਤਰ ਚੁਣਿਆ ਗਿਆ। ਕੀ ਹੁਣ ਮੇਰਾ ਇੱਕ ਸਵਾਲ ਹੈ, ਕੀ ਹੁਣ ਸੁਧਾਈ ਦੀ ਲੋੜ ਨਹੀਂ ਹੈ, ਜਾਂ ਕਿ ਇਸ ਪੰਥ ਪਰੰਪਰਾ ਨੂੰ ਹੁਣ ਮੁੜ ਕੇ ਅਸੀਂ ਸੁਰਜੀਤ ਨਹੀਂ ਕਰ ਸਕਦੇ? ਇਹ ਲਫ਼ਜ਼ ਵੀ ਇਹ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਦੇ ਪੰਨਾ 353 ਦੇ ਉੱਤੇ ਇਸੇ ਤਰ੍ਹਾਂ ਹੀ ਦਰਜ ਹਨ, ਜੋ ਮੈਂ ਆਪ ਜੀ ਨਾਲ ਪੜ੍ਹ ਕੇ ਸਾਂਝੇ ਕੀਤੇ ਹਨ। 20 ਦਸੰਬਰ 1920 ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆ ਜਾਣ ਤੋਂ ਬਾਅਦ ਗੁਰਦੁਆਰਾ ਪ੍ਰਬੰਧ ਸੁਧਾਰ ਅਤੇ ਸ਼੍ਰੋਮਣੀ ਕਮੇਟੀ ਦੇ ਹੱਥ ਮਜ਼ਬੂਤ ਕਰਨ ਲਈ ਪੰਥ ਦੇ ਰਾਜਸੀ ਤੇ ਸਮਾਜੀ ਪਿੜ ਵਿੱਚ ਆ ਰਹੇ ਸੰਘਰਸ਼ ਦਾ ਮੁਕਾਬਲਾ ਕਰਨ ਲਈ ਜੁਝਾਰੂ ਸਿੰਘਾਂ ਦੀ ਜਥੇਬੰਦੀ ਦੀ ਸਥਾਪਨਾ ਕਰਨ ਦੇ ਲਈ ਵਿਚਾਰ ਪੈਦਾ ਹੋਏ। ਇਸ ਮਕਸਦ ਲਈ ਸ੍ਰੀ ਅੰਮ੍ਰਿਤਸਰ ਵਿਖੇ ਪੰਥਕ ਮੁਖੀਆਂ ਦਾ ਇੱਕ ਇਕੱਠ ਬੁਲਾਇਆ ਗਿਆ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਮ ਦੀ ਪੰਥਕ ਜਥੇਬੰਦੀ ਦਾ ਗਠਨ ਕੀਤਾ ਗਿਆ। 20 ਦਸੰਬਰ 1920 ਇਹ ਅਕਾਲੀ ਦਲ ਦਾ ਜਿਹੜਾ ਸੀ ਗਠਨ ਕੀਤਾ ਗਿਆ। ਇਸ ਦੇ ਪਹਿਲੇ ਪ੍ਰਧਾਨ ਸਰਦਾਰ ਸੁਰਮੁਖ ਸਿੰਘ ਝਬਾਲ ਨੂੰ ਬਣਾਇਆ ਗਿਆ। ਉਹ 1 ਮਹੀਨੇ ਦੇ ਅੰਦਰ ਅੰਦਰ ਗੁਰੂ ਪੰਥ ਦੀਆਂ ਦੋਵੇਂ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਿਆਂ ਦੀ ਸੇਵਾ ਸੰਭਾਲ, ਗੁਰਮਤਿ ਵਿਦਿਆ ਦਾ ਪ੍ਰਚਾਰ, ਸਮਾਜੀ ਤੇ ਰਾਜਸੀ ਖੇਤਰ ਵਿੱਚ ਵਿਰੋਧੀਆਂ ਨਾਲ ਜੂਝਣ ਲਈ ਕਾਇਮ ਹੋ ਗਈਆਂ। ਇਹ ਵੀ ਸ਼੍ਰੋਮਣੀ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਦੇ ਪੰਨਾ ਨੰਬਰ 353 ਪੁਸਤਕ ਦੇ ਉੱਤੇ ਇਹ ਚੀਜ਼ਾਂ ਦਰਜ ਹਨ। ਆਪ ਜੀ ਉੱਥੋਂ ਵੀ ਇਹਨੂੰ ਦੇਖ ਸਕਦੇ ਹੋ, ਪੜ੍ਹ ਸਕਦੇ ਹੋ। ਇਹ ਇਨ ਬਿਨ ਜੋ ਮੈਂ ਆਪ ਜੀ ਨਾਲ ਸਾਂਝਾ ਕੀਤਾ ਹੈ ਉਸ ਕਿਤਾਬ ਦੀ ਵਰਡਿੰਗ ਹੀ ਹੈ ਜਿਹੜੇ ਮੈਂ ਆਪ ਜੀ ਦੇ ਨਾਲ ਬੋਲ ਕੇ ਰੱਖ ਰਿਹਾ। ਮੇਰੇ ਕੋਲ ਕਿਤਾਬ ਤਾਂ ਨਹੀਂ ਹੈ, ਲੇਕਿਨ ਉਹਦੇ ਹਵਾਲੇ ਜਿਹੜੇ ਹਨ ਮੇਰੇ ਪਾਸ ਹਨ, ਜਿਨ੍ਹਾਂ ਤੋਂ ਮੈਂ ਤਾਂ ਆਪ ਜੀ ਨਾਲ ਇਹ ਚੀਜ਼ਾਂ ਸਾਂਝੀਆਂ ਕਰ ਰਿਹਾ। 30 ਅਪ੍ਰੈਲ ਸਨ 1921 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਜਿਸਟਰਡ ਕਰਵਾਇਆ ਗਿਆ। ਜੁਲਾਈ 1921 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਕਾਇਦਾ ਪਰਚੀਆਂ ਦੇ ਨਾਲ ਚੁਣੀ ਗਈ। 14 ਅਗਸਤ 1921 ਚੁਣੀ ਹੋਈ ਕਮੇਟੀ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ। ਬਾਬਾ ਖੜਕ ਸਿੰਘ ਜੀ ਪ੍ਰਧਾਨ, ਸੁੰਦਰ ਸਿੰਘ ਜੀ ਰਾਮਗੜੀਆ ਮੀਤ ਪ੍ਰਧਾਨ, ਸਾਰ ਮਹਿਤਾਬ ਸਿੰਘ ਜੀ ਜਨਰਲ ਸਕੱਤਰ ਤੇ 31 ਮੈਂਬਰਾਂ ਦੀ ਅੰਤਰੰਗ ਕਮੇਟੀ ਜਿਹੜੀ ਸੀ ਉਹ ਬਣਾਈ ਗਈ। 21 ਫਰਵਰੀ 1925 ਸਰਕਾਰ ਨੇ ਗੁਰਦੁਆਰਾ ਬਿੱਲ ਦਾ ਖਰੜਾ ਪ੍ਰਕਾਸ਼ਿਤ ਕਰਕੇ ਗੁਰਦੁਆਰਾ ਪ੍ਰਬੰਧ ਉੱਪਰ ਪੰਥ ਦਾ ਹੱਕ ਮੰਨ ਲਿਆ। 21 ਫਰਵਰੀ 1925 27 ਅਪ੍ਰੈਲ 1925 ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਆਪਣੀ ਮੀਟਿੰਗ ਵਿੱਚ ਇਸ ਬਿੱਲ ਤੇ ਵਿਚਾਰ ਕੀਤੀ ਗਈ। ਕੁਝ ਚੇਂਜਸ, ਕੋਈ ਤਰਮੀਮਾਂ, ਕੋਈ ਤਬਦੀਲੀਆਂ ਨੂੰ ਪ੍ਰਵਾਨ ਕੀਤਾ ਗਿਆ। ਇਸ ਕਰਕੇ ਜਿਹੜਾ ਮੋਰਚਾ ਲਾਇਆ ਸੀ ਉਹ ਮੋਰਚਾ ਵਾਪਸ ਹੋ ਗਿਆ। ਇਹ ਬਿੱਲ 9 ਜੁਲਾਈ 1925 ਨੂੰ ਪੰਜਾਬ ਕੌਂਸਲ ਵਿੱਚ ਪੇਸ਼ ਹੋ ਕੇ ਪਾਸ ਹੋ ਗਿਆ। ਪੰਜਾਬ ਦੇ ਗਵਰਨਰ ਨੇ 28 ਜੁਲਾਈ 1925 ਨੂੰ ਇਸ ਦੀ ਪ੍ਰਵਾਨਗੀ ਦਿੱਤੀ ਅਤੇ ਇਹ ਐਕਟ 1 ਨਵੰਬਰ 1925 ਨੂੰ ਲਾਗੂ ਹੋ ਗਿਆ। ਇਹ ਤੱਥ ਇਸ ਕਰਕੇ ਦੱਸਣੇ ਜ਼ਰੂਰੀ ਸਮਝਦਾ ਹਾਂ ਕਿ ਸਿੱਖ ਰਹਿਤ ਮਰਿਆਦਾ ਨੂੰ ਅੱਜ ਸੀ ਇੱਕ ਛੋਟੇ ਜਿਹੇ 24 ਪੰਨਿਆਂ ਦਾ ਇਹ ਕਿਤਾਬਚਾ ਜਿਹਾ ਸਮਝਦੇ ਹਾਂ। ਕਿਤਾਬਚਾ ਵੀ ਨਹੀਂ ਸਮਝਦੇ ਅਸੀਂ, ਉਹਨੂੰ ਕਦੀ ਪੜ੍ਹਨਾ ਵੀ ਆਪਣਾ ਨਹੀਂ ਸਮਝਦੇ, ਅਸੀਂ ਕਦੀ ਪੜ੍ਹ ਕੇ ਦੇਖ ਲਈਏ ਉਹਦੇ ਪਿੱਛੇ ਕਿੰਨੀ ਮਿਹਨਤ ਸੀ, ਕਿਵੇਂ ਕਿਵੇਂ ਇਹ ਚੀਜ਼ਾਂ ਚੱਲੀਆਂ। ਇਹ ਚੀਜ਼ਾਂ ਦਾ ਜ਼ਿਕਰ ਇਸ ਵਾਸਤੇ ਮੈਂ ਆਪ ਜੀ ਦੇ ਨਾਲ ਕਰਦਾ ਤੁਰਿਆ ਆਉਂਦਾ। 18 ਜੁਲਾਈ 1926 1926 ਗੁਰਦੁਆਰਾ ਐਕਟ 1925 ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਚੋਣ ਪੰਜਾਬ ਸਰਕਾਰ ਨੇ 18 ਜੁਲਾਈ 1926 ਨੂੰ ਕਰਵਾਈ। 120 ਮੈਂਬਰ ਚੁਣ ਕੇ ਆਏ। 16 ਮੈਂਬਰ ਪੰਜਾਬ ਦੀਆਂ ਸਿੱਖ ਰਿਆਸਤਾਂ ਵਿੱਚੋਂ ਲਏ ਗਏ। 14 ਮੈਂਬਰ ਭਾਰਤ ਦੇ ਬਾਕੀ ਪ੍ਰਾਂਤਾਂ ਵਿੱਚੋਂ ਨਾਮਜ਼ਦ ਕੀਤੇ ਗਏ।
4 ਤਖਤਾਂ ਦੇ ਜਥੇਦਾਰ ਤੇ ਇੱਕ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਪਦਵੀਆਂ ਕਾਰਨ ਇੱਥੇ ਨਾਮਜ਼ਦ ਕੀਤੇ ਗਏ। ਇਸ ਤਰ੍ਹਾਂ ਕੁੱਲ ਮੈਂਬਰਾਂ ਦੀ ਗਿਣਤੀ 155 ਜਿਹੜੀ ਸੀ ਉਹ ਹੋਈ। ਇਤਿਹਾਸ ਹੈ ਸ਼੍ਰੋਮਣੀ ਰਹਿਤ ਮਰਿਆਦਾ ਤੋਂ ਬਣਾਉਣ ਤੋਂ ਪਹਿਲਾਂ ਕਿ ਕਿਵੇਂ ਕਿ ਪੰਥ ਜਿਹੜਾ ਸੀ ਉਹ ਗੁਜ਼ਰਦਾ ਰਿਹਾ। ਉਸ ਤੋਂ ਬਾਅਦ 4 ਸਤੰਬਰ 1926 ਨੂੰ ਡਿਪਟੀ ਕਮਿਸ਼ਨਰਾਂ ਦੇ ਸੱਦੇ ਤੇ ਗੁਰਦੁਆਰਾ ਸੈਂਟਰਲ ਬੋਰਡ ਦੀ ਪਹਿਲੀ ਮੀਟਿੰਗ 4 ਸਤੰਬਰ 1926 ਨੂੰ ਅੰਮ੍ਰਿਤਸਰ ਦੇ ਟਾਊਨ ਹਾਲ ਵਿੱਚ ਹੋਈ। ਇਸ ਵਿੱਚ 120 ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਨਾਭਾ, ਪਟਿਆਲਾ, ਫਰੀਦਕੋਟ, ਕਪੂਰਥਲਾ, ਕਲਸੀਆਂ, ਜੀਂਦ ਰਿਆਸਤਾਂ ਵੱਲੋਂ 12 ਮੈਂਬਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਿਸ਼ਨ ਸਿੰਘ ਜੀ, ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਪ੍ਰਤਾਪ ਸਿੰਘ ਜੀ, ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਮੁਕੰਦ ਸਿੰਘ ਜੀ ਅਤੇ ਸ਼੍ਰੀ ਹਰਿਮੰਦਰ ਸਾਹਿਬ ਵੱਲੋਂ ਸਿੰਘ ਸਾਹਿਬ ਫਤਿਹ ਸਿੰਘ ਜੀ ਸ਼ਾਮਲ ਹੋਏ। ਇਸ ਤਰ੍ਹਾਂ ਮੈਂਬਰਾਂ ਦੀ ਕੁੱਲ ਗਿਣਤੀ 136 ਸੀ। ਉਸ ਤੋਂ ਬਾਅਦ ਸਰਦਾਰ ਮੰਗਲ ਸਿੰਘ ਜੀ ਐਡੀਟਰ ਅਕਾਲੀ ਅਖਬਾਰ ਦੇ ਸੀ, ਜਿਸ ਨੂੰ 71 ਦਾ ਚੇਅਰਮੈਨ ਚੁਣਿਆ ਗਿਆ। ਇਸ ਤੋਂ ਥੋੜੇ ਵਕਫੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ 14 ਮੈਂਬਰ ਹੋਰ ਨਾਮਜ਼ਦ ਕੀਤੇ ਗਏ। ਇਸ ਤਰ੍ਹਾਂ ਸੈਂਟਰਲ ਗੁਰਦੁਆਰਾ ਬੋਰਡ ਦੇ ਕੁੱਲ ਮੈਂਬਰਾਂ ਦੀ ਗਿਣਤੀ 150 ਹੋ ਗਈ। ਉਪਰੰਤ ਬਾਬਾ ਖੜਕ ਸਿੰਘ ਜੀ ਸਿਆਲਕੋਟ ਪ੍ਰਧਾਨ ਤੇ ਮਾਸਟਰ ਤਾਰਾ ਸਿੰਘ ਜੀ ਮੀਤ ਪ੍ਰਧਾਨ ਚੁਣੇ ਗਏ ਤੇ ਬਾਅਦ ਵਿੱਚ ਜਨਰਲ ਮੈਂਬਰਾਂ ਦੀਆਂ ਵੋਟਾਂ ਨਾਲ ਅੰਤਰ ਕਮੇਟੀ ਦੇ 8 ਮੈਂਬਰ ਚੁਣੇ ਗਏ। ਸਰਕਾਰ ਤੇ ਗੁਰਦੁਆਰਾ ਐਕਟ ਵਿੱਚ ਨਾਮ ਗੁਰਦੁਆਰਾ ਸੈਂਟਰਲ ਬੋਰਡ ਸੀ, ਪਰ ਅੱਜ ਦੀ ਪਹਿਲੀ ਮੀਟਿੰਗ ਜਿਸ ਦਾ ਨਾਮ ਗੁਰਦੁਆਰਾ ਸੈਂਟਰਲ ਬੋਰਡ ਤੋਂ ਬਦਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ ਹੈ। ਇਹ ਜਿਹੜਾ ਨਾਮ ਰੱਖਿਆ ਗਿਆ ਇਹ 4 ਸਤੰਬਰ 1926 ਦੀ ਹੋਈ ਮੀਟਿੰਗ ਦੇ ਵਿੱਚ ਇਹਦਾ ਨਾਮ ਜਿਹੜਾ ਸਰਕਾਰ ਨੇ ਪਹਿਲਾਂ ਇਹਦਾ ਨਾਮ ਰੱਖਿਆ ਸੀ ਗੁਰਦੁਆਰਾ ਸੈਂਟਰਲ ਬੋਰਡ, ਪਰ ਪੰਥ ਨੇ ਫੈਸਲਾ ਕਰਕੇ ਇਹਦਾ ਨਾਮ ਜਿਹੜਾ ਸੀ ਇਹ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 50 ਸਾਲਾ ਇਤਿਹਾਸ ਦੀ ਪੁਸਤਕ ਨੰਬਰ ਪੰਨਾ 26 ਦੇ ਉੱਤੇ ਸਾਰੀਆਂ ਗੱਲਾਂ ਦਰਜ ਹਨ ਤੇ ਜਿਹੜੇ ਮੈਂ ਆਪ ਜੀ ਦੇ ਨਾਲ ਜ਼ਿਕਰ ਕੀਤਾ ਹੈ। ਸ਼੍ਰੋਮਣੀ ਕਮੇਟੀ ਦਾ 50 ਸਾਲਾ ਇਤਿਹਾਸ ਦਾ ਪੰਨਾ ਨੰਬਰ 26 ਦੇ ਉੱਤੇ ਇਹ ਬਿਲਕੁਲ ਇਸੇ ਤਰ੍ਹਾਂ ਹੀ ਅੰਕਿਤ ਹਨ। 13 ਤੇ ਦੂਜਾ ਪੜਾਅ ਹੁਣ ਚਲੀਏ 1927 ਤੋਂ 1936 ਤੋਂ ਰਹਿਤ ਮਰਿਆਦਾ ਦੀ ਗੱਲ ਦੇ ਵਿੱਚ ਹੋਏਗੀ। ਪਿਛੋਕੜ ਸੀ ਰਹਿਤ ਮਰਿਆਦਾ ਦਾ, ਜਿਹੜੇ ਕੱਲ ਕੁਝ ਸਵਾਲ ਆਏ ਸਨ, ਮੈਂ ਉਸ ਕਰਕੇ ਅੱਜ ਦਾ ਇਹ ਵਿਚਾਰ ਜਿਹੜੀ ਆਪ ਜੀ ਨਾਲ ਸਾਂਝੀ ਕੀਤੀ ਹੈ ਤਾਂ ਕਿ ਸਾਨੂੰ ਪਿਛੋਕੜ ਬਾਰੇ ਪਤਾ ਲੱਗ ਜਾਏ ਵੀ ਇਹਦਾ ਪਿਛੋਕੜ ਕੀ ਹੈ। 13-15 ਮਾਰਚ 1927 ਸਿੱਖ ਗੁਰਦੁਆਰਾ ਐਕਟ ਅਧੀਨ ਕਾਇਮ ਹੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਜਨਰਲ ਇਕੱਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਹੋਈ। ਇਸ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਤੇਜਾ ਸਿੰਘ ਜੀ ਹਾਜ਼ਰ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਜੀ ਇਸ ਸਮੇਂ ਜੇਲ੍ਹ ਵਿੱਚ ਸਨ, ਇਸ ਲਈ ਉਹਨਾਂ ਦੀ ਗੈਰਹਾਜ਼ਰੀ ਵਿੱਚ ਇਹ ਇਕੱਤਰਤਾ ਦੇ ਉਹਨਾਂ ਮੀਤ ਪ੍ਰਧਾਨ ਮਾਸਟਰ ਤਾਰਾ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ 104 ਮੈਂਬਰ ਸ਼ਾਮਲ ਹੋਏ। ਜਥੇਦਾਰ ਤੇਜਾ ਸਿੰਘ ਜੀ ਅਕਾਲ ਤਖਤ ਸਾਹਿਬ ਦੀ ਤਜਵੀਜ਼ ਤੇ ਸਰਦਾਰ ਵੇਲ ਸਿੰਘ ਜੀ ਦੇ ਉਹਨੂੰ ਪ੍ਰੋੜਤਾ ਕਰਨ ਤੇ ਸਰਬਸੰਮਤੀ ਨਾਲ ਪਾਸ ਹੋ ਗਿਆ ਕਿ ਕਈਆਂ ਕਾਰਨਾਂ ਕਰਕੇ ਸਿੱਖ ਰਹਿਤ ਮਰਿਆਦਾ ਸੰਬੰਧੀ ਮਤਭੇਦ ਪੈਦਾ ਹੋ ਗਏ ਹਨ ਤੇ ਹੁੰਦੇ ਜਾ ਰਹੇ ਹਨ। ਇਸ ਲਈ ਹੇਠ ਲਿਖੇ ਵਿਦਵਾਨਾਂ ਦੀ ਇੱਕ ਸਬ ਕਮੇਟੀ, ਇਹ ਹੁਣ 13 ਤੋਂ 15 ਮਾਰਚ 1927 ਦੀ ਮੀਟਿੰਗ ਹੈ, ਜਿਹਦੇ ਵਿੱਚ ਸਿੱਖ ਰਹਿਤ ਮਰਿਆਦਾ ਦਾ ਹੁਣ ਜ਼ਿਕਰ ਆਉਣਾ ਸ਼ੁਰੂ ਹੋਇਆ ਹੈ। ਵੀ ਉਹਦੇ ਚ ਜਿਹੜੀ ਪਹਿਲੀ ਚੀਫ ਖਾਲਸਾ ਦੀਵਾਨ ਨੇ ਛਾਪੀ ਸੀ ਉਹਦੇ ਚ ਕੋਈ ਮਤਭੇਦ ਪੈਦਾ ਹੋ ਗਏ ਹਨ। ਇਸ ਲਈ ਵਿਦਵਾਨਾਂ ਦੀ ਇੱਕ ਸਬ ਕਮੇਟੀ ਬਣਾਈ ਜਾਂਦੀ ਹੈ ਜੋ ਰਹਿਤਨਾਮਿਆਂ ਤੇ ਹੋਰ ਗੁਰਮਤਿ ਗ੍ਰੰਥਾਂ ਦੇ ਮੁਖੀਆਂ ਦੀ ਰਾਏ ਨਾਲ ਗੁਰਮਤਿ ਦੀ ਰੋਹ ਰੀਤੀ ਖਰੜਾ ਤਿਆਰ ਕਰਕੇ ਛੇਤੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਵਿੱਚ ਵਿਚਾਰ ਲਈ ਪੇਸ਼ ਕਰੇਗੀ। ਇਹਦੇ ਵਿੱਚ ਮੈਂਬਰ ਜਿਹੜੇ ਸਨ ਉਹਨਾਂ ਦੀ ਗਿਣਤੀ ਦਿੱਤੀ ਹੋਈ ਹੈ, ਤਕਰੀਬਨ 28 ਮੈਂਬਰ ਜਿਹੜੇ ਸਨ ਉਹਨਾਂ ਦਾ ਜ਼ਿਕਰ ਇੱਥੇ ਆਉਂਦਾ ਹੈ। ਇਹਦਾ ਜ਼ਿਕਰ ਵੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ 50 ਸਾਲਾ ਇਤਿਹਾਸ ਦੀ ਪੁਸਤਕ ਦੇ ਪੰਨਾ ਨੰਬਰ 35 ਤੋਂ 41 ਤੱਕ ਸਾਰਾ ਜ਼ਿਕਰ ਹੈ। ਡਿਟੇਲ ਵਿੱਚ ਜੇ ਮੈਂ ਨਾਮ ਲਵਾਂਗਾ ਤਾਂ ਸਮਾਂ ਬਹੁਤ ਜ਼ਿਆਦਾ ਲੱਗ ਜਾਏਗਾ। ਤੋ ਇਹ ਸਬ ਕਮੇਟੀ ਦਾ ਨਾਮ ਰੋਹ ਰੀਤੀ ਸਬ ਕਮੇਟੀ ਰੱਖਿਆ ਗਿਆ। ਇਹ ਰੋਹ ਰੀਤੀ ਸਬ ਕਮੇਟੀ ਹੈ ਜਿਹਦਾ ਨਾਮ ਜਿਹੜਾ ਸੀ ਉਹ ਰੱਖਿਆ ਗਿਆ। ਰੋਹ ਰੀਤੀ ਜਾਂ ਮਰਿਆਦਾ ਅਤੇ ਰਸਮਾਂ ਵਿਚਲੇ ਅੰਤਰ ਨੂੰ ਭਾਈ ਵੀਰ ਸਿੰਘ ਜੀ ਨੇ ਬੜੇ ਢੰਗ ਨਾਲ ਬਿਆਨ ਕੀਤਾ ਹੈ। ਭਾਈ ਵੀਰ ਸਿੰਘ ਜੀ ਨੇ ਪੁਸਤਕ ਲਿਖੀ ਹੈ ਅਮਰ ਲੇਖ, ਪੰਨਾ ਨੰਬਰ 78 ਦੇ ਉੱਤੇ ਉਹਨਾਂ ਨੇ ਇਹਨਾਂ ਦੇ ਜਿਹੜੇ ਅੰਤਰ ਨੇ ਉਹਨੂੰ ਬੜੇ ਢੰਗ ਨਾਲ ਬੜੇ ਸੋਹਣੇ ਸ਼ਬਦਾਂ 'ਚ ਬਿਆਨ ਕੀਤਾ। ਸਮਾਂ ਨਹੀਂ ਹੈ, ਮੈਂ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਆਪ ਜੀ ਨਾਲ ਸਾਂਝੀ ਕਰ ਸਕਦਾ। ਅਮਰ ਲੇਖ ਦੀ ਪੁਸਤਕ ਪੰਨਾ ਨੰਬਰ 78 ਤੇ ਉਹਦੀ ਪਰਿਭਾਸ਼ਾ ਜਿਹੜੀ ਹੈ ਉਹ ਦਰਜ ਹੈ। 28 ਫਰਵਰੀ 1931 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਜਨਰਲ ਇਕੱਤਰਤਾ
ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ। ਇਸ ਵਿੱਚ 67 ਮੈਂਬਰ ਹਾਜ਼ਰ ਸਨ। ਇਸ ਵਿੱਚ ਮਤਾ ਨੰਬਰ 13 ਰਾਹੀਂ ਬਾਬੂ ਮੱਲ ਸਿੰਘ ਜੀ ਵੱਲੋਂ ਮਤਾ ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਭਾਈ ਰਣਧੀਰ ਸਿੰਘ ਜੀ ਨੂੰ ਵੀ ਰੋਹ ਰੀਤੀ ਸਬ ਕਮੇਟੀ ਦਾ ਮੈਂਬਰ ਲਿਆ ਗਿਆ। तो भाई साहब भाई रਣਧੀਰ ਸਿੰਘ ਜੀ ਨੂੰ ਵੀ ਇਸ ਰੋਹ ਰੀਤੀ ਜਿਹੜੀ ਕਮੇਟੀ ਬਣਾਈ ਸੀ, ਮਰਿਆਦਾ ਕਮੇਟੀ ਬਣਾਈ ਸੀ, ਉਹਦਾ ਮੈਂਬਰ ਜਿਹੜਾ ਸੀ ਉਹ ਬਣਾਇਆ ਗਿਆ। ਇਹ ਵੀ ਸ਼੍ਰੋਮਣੀ ਕਮੇਟੀ ਦਾ 50 ਸਾਲਾ ਇਤਿਹਾਸ ਦੇ ਪੇਜ ਨੰਬਰ 82 ਦੇ ਉੱਤੇ ਇਹ ਜਿਹੜਾ ਇਤਿਹਾਸ ਵਿੱਚ ਦਰਜ ਹੈ। ਅਪ੍ਰੈਲ 1931 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਰਹਿਤ ਮਰਿਆਦਾ ਦਾ ਪਹਿਲਾ ਖਰੜਾ ਗਜ਼ਟ ਪਹਿਲਾ ਖਰੜਾ ਗੁਰਦੁਆਰਾ ਗਜ਼ਟ 1 ਅਪ੍ਰੈਲ 1931 ਜਿਲਦ ਨੰਬਰ 3 ਵਿੱਚ ਛਾਪ ਕੇ ਸੰਗਤਾਂ ਦੀ ਰਾਵਾਂ ਲੈਣ ਲਈ ਵੰਡਿਆ ਗਿਆ। ਗੁਰਦੁਆਰਾ ਗਜ਼ਟ ਸਿੱਖ ਸ਼੍ਰੋਮਣੀ ਕਮੇਟੀ ਦਾ ਮੈਗਜ਼ੀਨ ਹੈ, ਅੱਜ ਵੀ ਛਪਦਾ ਹੈ, ਗੁਰਮਤਿ ਪ੍ਰਕਾਸ਼ ਹੈ, ਗੁਰਦੁਆਰਾ ਗਜ਼ਟ ਹੈ, ਇਹ ਸ਼ਬਦ ਹੈ, ਉਹਦੇ ਛਾਪਿਆ ਗਿਆ ਤੇ ਉਹਦੇ ਵੰਡਿਆ ਗਿਆ। ਇਸ ਦੀ ਜਾਣਕਾਰੀ ਦਿੰਦਿਆਂ ਹੋਇਆ ਉਹਦੀ ਭੂਮਿਕਾ ਦੇ ਵਿੱਚ ਜਿਹੜੀ ਗੱਲ ਲਿਖੇ ਗਏ ਉਹ ਜ਼ਰੂਰ ਪੜਾਂਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਗਜ਼ਟ ਆਮ ਤੌਰ ਤੇ ਸ੍ਰੀ ਅੰਮ੍ਰਿਤਸਰ ਛਪਦਾ ਸੀ, ਪਰ 1931 ਵਿੱਚ ਪ੍ਰੈਸ ਆਰਡੀਨੈਂਸ ਜਾਰੀ ਹੋਣ ਕਾਰਨ ਲਗਾਤਾਰ 8 ਮਹੀਨੇ ਇਹ ਗਜ਼ਟ ਨਹੀਂ ਛਪ ਸਕਿਆ। ਇਸ ਤੋਂ ਬਾਅਦ ਇਹ ਪਾਬੰਦੀ ਸਮਾਪਤ ਤਾਂ ਹੋ ਗਈ, ਪਰ ਓਂਕਾਰ ਪ੍ਰੈਸ ਵਿੱਚ ਇਹ ਛਪਦਾ ਸੀ। ਉਸ ਕੋਲੋਂ ਸਰਕਾਰ ਨੇ ਫਿਰ ਜ਼ਮਾਨਤ ਮੰਗ ਲਈ, ਇਸ ਲਈ ਇਹ ਗਜ਼ਟ ਨੂੰ ਲਾਹੌਰ ਵਿੱਚ ਛਾਪਿਆ ਗਿਆ। ਰਹਿਤ ਮਰਿਆਦਾ ਦਾ ਖਰੜਾ। ਸਿੱਖ ਰਹਿਤ ਮਰਿਆਦਾ ਸੰਬੰਧੀ ਪੈਦਾ ਹੋਏ ਤੇ ਹੋ ਰਹੇ ਮਤਭੇਦਾਂ ਨੂੰ ਦੇਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੱਛੇ ਜਿਹੇ ਪੰਥ ਦੇ ਪ੍ਰਸਿੱਧ ਵਿਦਵਾਨਾਂ ਦੀ ਇੱਕ ਰੋਹ ਰੀਤੀ ਸਬ ਕਮੇਟੀ ਬਣਾ ਕੇ ਉਸ ਦੇ ਜੁਮੇ ਇਹ ਸੇਵਾ ਲਾਈ ਗਈ ਕਿ ਇਹ ਕਮੇਟੀ ਗੁਰਧਾਮਾਂ ਵਿੱਚ ਗੁਰੂ ਮਰਿਆਦਾ ਨੂੰ ਠੀਕ ਤਰ੍ਹਾਂ ਨਿਯਤ ਕਰਨ ਲਈ ਰਹਿਤਨਾਮਿਆਂ ਅਤੇ ਹੋਰ ਗੁਰਮਤਿ ਗ੍ਰੰਥਾਂ ਤੇ ਪੰਥ ਦੇ ਹੋਰ ਵਿਦਵਾਨ ਮੁਖੀਆਂ ਦੀ ਸਹਾਇਤਾ ਨਾਲ ਗੁਰਮਤਿ ਰੋਹ ਰੀਤੀ ਦਾ ਖਰੜਾ ਤਿਆਰ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵਿੱਚ ਵਿਚਾਰ ਲਈ ਪੇਸ਼ ਕਰੇ। ਕਈ ਕਾਰਨਾਂ ਕਰਕੇ ਇਹ ਕਮੇਟੀ ਹੁਣ ਤੱਕ ਆਪਣਾ ਕਾਰਜ ਸ਼ੁਰੂ ਨਹੀਂ ਸੀ ਕਰ ਸਕੀ। ਅਖੀਰ ਖਰੜਾ ਬਣਾ ਕੇ ਇਸ ਸਬ ਕਮੇਟੀ ਵਿੱਚ ਪੇਸ਼ ਕਰਨ ਦੀ ਸੇਵਾ ਪ੍ਰੋਫੈਸਰ ਤੇਜਾ ਸਿੰਘ ਜੀ MA ਖਾਲਸਾ ਕਾਲਜ ਜੀ ਦੇ ਜ਼ਿੰਮੇ ਲੱਗੀ। ਸੋ ਉਹਨਾਂ ਵੱਲੋਂ ਰੋਹ ਰੀਤੀ ਦਾ ਖਰੜਾ ਪੁੱਜ ਗਿਆ ਹੈ, ਜੋ ਹੇਠਾਂ ਦਰਜ ਕੀਤਾ ਜਾਂਦਾ ਹੈ। ਪੰਥਕ ਅਖਬਾਰਾਂ ਦੇ ਐਡੀਟਰ ਸਹਿਬਾਨ ਤੇ ਹੋਰ ਵਿਦਵਾਨ ਸੱਜਣਾ ਦੀ ਸੇਵਾ ਵਿੱਚ ਬੇਨਤੀ ਹੈ ਕਿ ਇਸ ਨੂੰ ਪੜ੍ਹ ਕੇ ਵਿਚਾਰਨ, ਇਸ ਸੰਬੰਧੀ ਆਪਣੀ ਆਪਣੀ ਰਾਏ ਤੋਂ ਸ਼੍ਰੋਮਣੀ ਕਮੇਟੀ ਨੂੰ ਜਾਣੂ ਕਰਨ ਦੀ ਕਿਰਪਾਲਤਾ ਕਰਨ, ਤਾਂ ਕਿ ਇਸ ਤੇ ਪੂਰੇ ਤੌਰ ਤੇ ਵਿਸਥਾਰ ਨਾਲ ਵਿਚਾਰ ਹੋ ਸਕੇ। ਨੋਟ: ਸੰਗਤਾਂ ਦੀ ਸੇਵਾ ਵਿੱਚ ਪ੍ਰਾਰਥਨਾ ਹੈ ਕਿ ਇਸ ਖਰੜੇ ਨੂੰ ਕੇਵਲ ਤਜਵੀਜ਼ਾਂ ਹੀ ਸਮਝ ਕੇ ਪੜ੍ਹੇ, ਬੜੇ ਗੌਰ ਤੇ ਠੰਡੇ ਦਿਲ ਨਾਲ ਵਿਚਾਰਨ ਅਤੇ ਇਸ ਸੰਬੰਧੀ ਅੰਤਮ ਫੈਸਲੇ ਦੀ ਉਡੀਕ ਰੱਖਣ, ਕਿਸੇ ਨੂੰ ਹੀ ਫੈਸਲਾ ਨਾ ਸਮਝ ਲੈਣ। ਤੋ ਦੇਖੋ ਕਿੰਨੀ ਮਿਹਨਤ ਕੀਤੀ ਹੈ ਉਸ ਵੇਲੇ ਦੇ ਜਿਹੜੇ ਸਾਡੇ ਕੌਮੀ ਆਗੂ ਸਨ ਜਾਂ ਕੌਮੀ ਲੀਡਰ ਸਨ, ਉਹਨਾਂ ਦੀ ਸੱਚੀ ਉਹਨਾਂ ਦੀ ਕੁਰਬਾਨੀ ਵੀ ਬਹੁਤ ਹੈ ਕਿ ਉਹਨਾਂ ਨੇ ਇੰਨੇ ਵਿਚਾਰ ਦੇ ਨਾਲ, ਇੰਨੇ ਵਿਆਖਿਆ ਦੇ ਨਾਲ ਇਸ ਮਰਿਆਦਾ ਨੂੰ ਖਰੜੇ ਨੂੰ ਕਾਹਲੀ ਨਾਲ ਕੋਈ ਕੰਮ ਨਹੀਂ ਕੀਤਾ, ਔਰ ਨਿੱਕੀ ਚੀਜ਼ ਨੂੰ ਵੀ ਪਰਖਣ ਦੇ ਲਈ ਉੱਤੇ ਸਮਾਂ ਜਿਹੜਾ ਹੈ ਉਹਨਾਂ ਨੇ ਲਾਇਆ ਹੈ। ਫਿਰ 4-5 ਅਕਤੂਬਰ 1931 ਨੂੰ ਰੋਹ ਰੀਤੀ ਸਬ ਕਮੇਟੀ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ। ਇਸ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਲਾਭ ਸਿੰਘ ਜੀ, ਗਿਆਨੀ ਹੀਰਾ ਸਿੰਘ ਜੀ ਦਰਦ ਅਤੇ ਰੋਹ ਰੀਤੀ ਸਬ ਕਮੇਟੀ ਦੇ ਕਨਵੀਨਰ ਪ੍ਰੋਫੈਸਰ ਤੇਜਾ ਸਿੰਘ ਜੀ ਹਾਜ਼ਰ ਹੋਏ। ਇਹ ਕਾਰਵਾਈ ਕਰੀਬ 10 ਵਜੇ ਸ਼ੁਰੂ ਹੋਈ, ਪਰ ਇਸ ਨੂੰ ਆਰਜੀ ਤੌਰ ਤੇ ਸ਼ਾਮ ਲਈ ਮੁਲਤਵੀ ਕਰ ਦਿੱਤਾ ਗਿਆ, ਕਿਉਂਕਿ ਇਸ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਸਮਾਗਮ ਹੋਣਾ ਸੀ। ਮੁਲਤਵੀ ਹੋਣ ਲਈ ਇਕੱਤਰਤਾ ਮੁੜ ਸ਼ਾਮ 9:30 ਵਜੇ ਆਰੰਭ ਹੋਈ। ਰਾਤ ਨੂੰ 9:30 ਵਜੇ ਸ਼ਾਮ ਨੂੰ ਆਰੰਭ ਹੋਈ। ਇਸ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਅਕਾਲੀ ਕੌਰ ਸਿੰਘ ਜੀ, ਸੰਤ ਮਾਨ ਸਿੰਘ ਜੀ, ਪ੍ਰੋਫੈਸਰ ਗੰਗਾ ਸਿੰਘ ਜੀ, ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਲਾਭ ਸਿੰਘ ਜੀ ਤੇ ਰੋਹ ਰੀਤੀ ਕਮੇਟੀ ਦੇ ਕਨਵੀਨਰ ਸਰਦਾਰ ਤੇਜਾ ਸਿੰਘ ਜੀ ਹਾਜ਼ਰ ਹੋਏ। ਉਪਰੰਤ ਸਰਦਾਰ ਤੇਜਾ ਸਿੰਘ ਜੀ ਨੇ ਸਿੱਖ ਰਹਿਤ ਮਰਿਆਦਾ ਦਾ ਤਿਆਰ ਕੀਤਾ ਖਰੜਾ ਪੇਸ਼ ਕੀਤਾ ਤੇ ਦੱਸਿਆ ਕਿ ਇਹ ਖਰੜਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਹੁਕਮ ਨਾਲ ਤਿਆਰ ਕਰਕੇ ਬਾਹਰ ਤੋਂ ਆਈਆਂ ਰਾਵਾਂ ਦੇ ਆਧਾਰ ਤੇ ਇਸ ਦੀ ਤਰਮੀਮ ਕੀਤੀ ਗਈ ਹੈ, ਇਹ 'ਚ ਅਦਲਾ ਬਦਲੀਆਂ ਕੀਤੀਆਂ ਗਈਆਂ ਹਨ। ਉਹਨਾਂ ਨੇ ਇਹ ਕਿਹਾ ਕਿ ਇਸ ਨੂੰ ਵਿਚਾਰ ਕੇ ਵੇਖ ਲਿਆ ਜਾਵੇ, ਜੇਕਰ ਇਸ ਦੇ ਮੁੱਢਲੇ ਅਸੂਲਾਂ ਉੱਤੇ ਕੋਈ ਮਤਭੇਦ ਜਾਂ ਬਹੁਤੇ ਮਤਭੇਦ ਨਾ ਹੋਣ ਤਾਂ ਬਹਿ ਕੇ ਇਸ ਵਿੱਚ ਤਰਤੀਬਾਂ ਦੱਸੀਆਂ ਜਾਣ, ਅਤੇ ਜੇ ਇਸੇ ਮੁੱਢਲੇ ਅਸੂਲਾਂ ਤੇ ਕੋਈ ਮਤਭੇਦ ਹੋਵੇ ਤਾਂ ਬਹਿ ਕੇ ਇਸ ਵਿੱਚ ਤਰਤੀਬਾਂ ਦੱਸੀਆਂ ਜਾਣ, ਤੇ ਜੇਕਰ ਮੁੱਢਲੇ ਅਸੂਲਾਂ ਤੇ ਬਹੁਤੇ ਮਤਭੇਦ ਹੋਣ ਤਾਂ ਪਹਿਲਾਂ ਮੋਟੇ ਅਸੂਲ ਤੈਅ ਕਰ ਲਏ ਜਾਣ, ਜਿਨ੍ਹਾਂ ਅਨੁਸਾਰ ਮੁੜ ਨਵਾਂ ਖਰੜਾ ਤਿਆਰ ਕੀਤਾ ਜਾਵੇ ਤੇ ਉਸ ਦੇ ਤਿਆਰ ਕਰਨ ਲਈ ਰੋਹ ਰੀਤੀ ਕਮੇਟੀ ਦੀ ਇੱਕ ਸਬ ਕਮੇਟੀ ਉਹਨਾਂ ਸੱਜਣਾ ਦੀ ਬਣਾਈ ਜਾਵੇ ਜੋ ਉਹਨਾਂ ਤੈਅ ਕੀਤੇ ਹੋਏ ਮੁੱਢਲੇ ਅਸੂਲਾਂ ਦੇ ਹਾਮੀ ਹੋਣ।
ਇਸ ਤੋਂ ਵਿਚਾਰ ਵਟਾਂਦਰਾ ਇਸ ਮੀਟਿੰਗ 'ਚ ਕਰਨ ਤੋਂ ਬਾਅਦ ਪਾਸ ਹੋਇਆ ਕਿ ਖਰੜੇ ਨੂੰ ਸਿੱਖ ਰਹਿਣੀ ਨੂੰ ਸ਼ਖਸੀ ਤੇ ਪੰਥਕ ਰਹਿਣੀ ਉੱਤੇ ਵੰਡਿਆ ਜਾਂਦਾ ਹੈ। ਦੋ ਹਿੱਸਿਆਂ ਵਿੱਚ ਵੰਡਿਆ ਜਾਵੇ ਤੇ ਇਸ ਵਿੱਚ ਯੋਗ ਤਰਮੀਮਾਂ ਕਰਕੇ ਪਾਸ ਕੀਤਾ ਜਾਵੇ। ਇਹ ਵੀ ਪਾਸ ਕੀਤਾ ਗਿਆ ਇਸ ਵਿੱਚ ਸਹਿਜ ਧਾਰੀਆਂ ਤੇ ਅੰਮ੍ਰਿਤ ਧਾਰੀਆਂ ਦੋਵਾਂ ਲਈ ਰੋਹ ਰੀਤ ਵੀ ਆ ਜਾਂਦੀ ਹੈ। ਅਰਥਾਤ ਜਿਹੜੇ ਪ੍ਰਾਣੀ ਕਿਸੇ ਕਾਰਨ ਹਾਲੇ ਅੰਮ੍ਰਿਤ ਨਹੀਂ ਛਕ ਸਕਦੇ ਉਹ ਸ਼ਖਸੀ ਰਹਿਣੀ ਉੱਤੇ ਹੀ ਚੱਲਣ ਅਤੇ ਜਿਹੜੇ ਤਿਆਰ ਕੇ ਹੋ ਕੇ ਗੁਰੂ ਪੰਥ ਦੀ ਜ਼ਿੰਮੇਵਾਰੀ ਵਾਲੀ ਪਦਵੀ ਸ਼ਾਮਲ ਹੋਣਾ ਚਾਹੁਣ ਉਹ ਸ਼ਖਸੀ ਤੇ ਪੰਥਕ ਦੋਵੇਂ ਤਰ੍ਹਾਂ ਦੀ ਰਹਿਣੀ ਦੇ ਧਾਰਨੀ ਹੋਣ। ਪਰ ਮਤ ਅਰਥਾਤ ਯਕੀਨ ਸਾਰੇ ਸਿੱਖਾਂ ਦਾ ਇੱਕੋ ਹੀ ਹੋਵੇ, ਉਹ ਇਹ ਕਿ ਜੋ ਇਸਤਰੀ ਜਾਂ ਪੁਰਸ਼ 10 ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਗੋਬਿੰਦ ਸਿੰਘ ਸਾਹਿਬ ਤੱਕ ਤੇ ਉਹਨਾਂ ਦੀ ਦੱਸੀ ਸਿੱਖਿਆ ਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਤੇ ਨਿਸ਼ਚਾ ਰੱਖਦਾ ਹੈ ਉਹ ਸਿੱਖ ਹੈ। ਇਹ ਉਸ ਅਜੇ ਖਰੜੇ ਵਿੱਚ ਪਰਿਭਾਸ਼ਾ ਜਿਹੜੀ ਸੀ ਇਹ ਦਿੱਤੀ ਗਈ ਸੀ। ਇਸ ਤੋਂ ਬਾਅਦ ਅਗਲੇ ਦਿਨ ਫਿਰ 5 ਅਕਤੂਬਰ ਦੀ ਮੀਟਿੰਗ ਹੁੰਦੀ ਹੈ, ਪਰ ਹਾਜ਼ਰੀ ਹੋਣ ਘੱਟ ਕਰਕੇ ਉਸ ਵਿੱਚ ਕੋਈ ਕਾਰਵਾਈ ਨਹੀਂ ਹੋ ਸਕੀ ਅਤੇ ਫਿਰ ਸ਼੍ਰੋਮਣੀ ਕਮੇਟੀ ਨੇ ਇਹ ਮੀਟਿੰਗ ਜਿਹੜੀ ਸੀ ਇਹ ਫਿਰ ਮੁਲਤਵੀ ਕਰ ਦਿੱਤੀ ਕਿਉਂਕਿ ਹਾਜ਼ਰੀ ਉਹਦੇ ਵਿੱਚ ਘੱਟ ਸੀ। ਫਿਰ 3 ਜਨਵਰੀ 1932 ਦੀ ਇੱਕ ਮੀਟਿੰਗ ਹੁੰਦੀ ਹੈ ਜਿਸ ਵਿੱਚ ਸਿੱਖ ਰਹਿਤ ਮਰਿਆਦਾ ਦੇ ਖਰੜੇ ਦੇ ਵਿਚਾਰ ਲਈ ਫਿਰੋਜ਼ ਸਾਖ ਕਮੇਟੀ ਦੀ ਅਕਾਲ ਤਖਤ ਸਾਹਿਬ ਤੇ ਹੋਈ। ਇਹ ਸਿੱਖ ਰਹਿਤ ਮਰਿਆਦਾ ਦੇ ਖਰੜੇ ਦੇ ਵਿਚਾਰ ਲਈ ਜਿਹੜੀ ਮੀਟਿੰਗ ਹੋਈ ਉਹਦੇ ਬਸ ਇਹ ਵਿਚਾਰਾਂ ਹੀ ਹੋਈਆਂ, ਉਹਦੇ ਚ ਹੋਰ ਕੋਈ ਖਾਸ ਨਿਰਣਾ ਜਿਹੜਾ ਸੀ ਉਹ ਨਹੀਂ ਹੋਇਆ। ਫਿਰ 6 ਮਾਰਚ 1932 ਨੂੰ ਫਿਰ ਮੀਟਿੰਗ ਹੁੰਦੀ ਹੈ। ਮੈਂਬਰਾਂ ਦੀ ਅਦਲਾ ਬਦਲੀ ਸ਼੍ਰੋਮਣੀ ਕਮੇਟੀ ਦੀ ਦੂਜੀ ਜਨਰਲ ਇਕੱਤਰਤਾ ਵਿੱਚ ਅਕਾਲ ਤਖਤ ਸਾਹਿਬ ਤੇ ਫਿਰ ਸਰ ਤੇਜਾ ਸਿੰਘ ਜੀ ਦੀ ਪ੍ਰਧਾਨਗੀ ਵਿੱਚ ਹੁੰਦੀ ਹੈ। ਇਸ ਵਿੱਚ 69 ਮੈਂਬਰ ਸ਼ਾਮਲ ਹੋਏ। ਇਸ ਦੌਰਾਨ ਰੋਕ ਨੀਤੀ ਕਮੇਟੀ ਦੇ ਸਤਿਕਾਰਯੋਗ ਮੈਂਬਰ ਸਰ ਸੁਰਿੰਦਰ ਸਿੰਘ ਜੀ ਭਿੰਡਰਾਂ ਵਾਲੇ ਜੋ 15 ਫਰਵਰੀ 1930 ਨੂੰ ਪ੍ਰਲੋਕ ਕੇ ਸੁਧਾਰ ਗਏ ਸਨ, ਉਹਨਾਂ ਦਾ ਨਾਮ ਕੱਢ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਬਾਬੂ ਤੇਜਾ ਸਿੰਘ ਜੀ ਪਸੌਲ ਨੂੰ ਗੁਰਬਾਣੀ ਦੀ ਨਰਾਦਰੀ ਕਰਨ ਕਰਕੇ ਪੰਥ ਵਿੱਚੋਂ ਛੇਕ ਦਿੱਤਾ ਗਿਆ। ਉਹਨਾਂ ਦਾ ਭਾਈ ਲਾਲ ਸਿੰਘ ਜੀ ਐਡੀਟਰ, ਕਕਾਰ ਬਹਾਦਰ ਅੰਮ੍ਰਿਤਸਰ ਤੇ ਭਾਈ ਮਿਆ ਸਿੰਘ ਜੀ ਲਾਹੌਰ ਦੇ ਨਾਮ ਵੀ ਇਸ ਰੋਕ ਨੀਤੀ ਕਮੇਟੀ ਵਿੱਚੋਂ ਹਟਾ ਦਿੱਤੇ ਗਏ। ਉਪਰੰਤ ਇਸ ਸੂਚੀ ਵਿੱਚ 8 ਨਾਮ ਹੋਰ ਵਧਾਏ ਗਏ। ਇਹ ਸਨ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਜੀ, ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨ ਕਾਲਜ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਵਸਾਵਾ ਸਿੰਘ ਜੀ ਗੁਰਦਾਸਪੁਰੀ ਯਾਨੀ ਕਰਤਾਰ ਸਿੰਘ ਜੀ ਖਾਲਸਾ ਹਾਈ ਸਕੂਲ ਗੁਰੂਸਰ ਸੁਧਾਰ ਲੁਧਿਆਣਾ, ਬਾਬਾ ਪ੍ਰੇਮ ਸਿੰਘ ਜੀ ਹੋਤੀ ਯਾਨੀ ਨਾਹਰ ਸਿੰਘ ਜੀ ਐਡੀਟਰ ਕੌਮੀ ਦਰਦ ਅੰਮ੍ਰਿਤਸਰ ਅਤੇ ਇੰਦਰ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਸ਼ਾਮਲ ਜਿਹੜੇ ਸੀ ਇਹਦੇ ਵਿੱਚ ਕੀਤੇ ਗਏ। 26 ਸਤੰਬਰ 1932 ਨੂੰ ਫਿਰ ਇਹਨਾਂ ਦੀ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਖਰੜੇ ਤੇ ਇੱਕ ਸਮਾਗਮ ਜਿਹੜਾ ਸੀ ਖਰੜੇ ਦੀ ਰੋਹ ਰੀਤੀ ਕਮੇਟੀ ਦੇ ਆਈਆਂ ਵਿਚਾਰਾਂ ਕਰਨ ਲਈ ਇੱਕ ਛੋਟਾ ਜਿਹਾ ਸਮਾਗਮ ਕੀਤਾ ਗਿਆ। 1 ਅਕਤੂਬਰ 1932 ਨੂੰ ਪ੍ਰੋਫੈਸਰ ਤੇਜਾ ਸਿੰਘ ਜੀ ਰੋਹ ਰੀਤੀ ਸਬ ਕਮੇਟੀ ਦੇ ਖਰੜੇ ਨੂੰ ਪ੍ਰਾਪਤ ਹੋਏ ਸੁਝਾਵਾਂ ਦੇ ਅਨੁਰੂਪ ਆਪਣੀ ਸ਼੍ਰੋਮਣੀ ਕਮੇਟੀ ਦੇ ਨੂੰ ਉਹ ਸਾਰੇ ਵਿਚਾਰ ਜਿਹੜੇ ਹਨ ਉਹ ਸੌਂਪਦੇ ਹਨ ਤੇ 29 ਅਕਤੂਬਰ 1933 ਨੂੰ 1933 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੂਜੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਪ੍ਰਤਾਪ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ 118 ਮੈਂਬਰ ਸ਼ਾਮਲ ਹੋਏ। ਪ੍ਰਤਾਪ ਸਿੰਘ ਜੀ ਕੇਂਦਰੀ ਮੰਤਰੀ ਸਾਹਿਬ ਸਵਰਨ ਸਿੰਘ ਦੇ ਪਿਤਾ ਜੀ ਸਨ। ਇਸ ਇਕੱਤਰਤਾ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਤਜਵੀਜ਼ ਤੇ ਸਰ ਦਲਜੀਤ ਸਿੰਘ ਜੀ ਦੀ ਤਾਇਤ ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਇੱਕ ਮੈਂਬਰ ਪ੍ਰਣ ਕਰੇਗਾ ਕਿ ਮੈਂ ਸ਼ਰਾਬ, ਭੰਗ, ਅਫੀਮ ਜਾਂ ਹੋਰ ਨਸ਼ਾ ਨਹੀਂ ਕਰਦਾ, ਨਾ ਪੀਂਦਾ ਨਾ ਖਾਂਦਾ ਅਤੇ ਮੈਂ ਬਾਣੀ ਪੜ੍ਹਿਆ ਕਰਾਂਗਾ। ਜਿਹੜਾ ਬਾਣੀ ਨਹੀਂ ਪੜ੍ਹਦਾ ਉਹ ਵੀ ਪ੍ਰਣ ਕਰੇਗਾ ਮੈਂ ਬਾਣੀ ਪੜ੍ਹਿਆ ਕਰਾਂਗਾ। ਇਸ ਦੇ ਨਾਲ ਹੀ ਇਹ ਵੀ ਪ੍ਰਵਾਨ ਕੀਤਾ ਗਿਆ ਕਿ ਜਿਹੜਾ ਮੈਂਬਰ ਇਹ ਪ੍ਰਣ ਪੱਤਰ ਨਹੀਂ ਭਰੇਗਾ ਉਹ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਸਕੇਗਾ। ਉਹ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਦਾ ਹਿੱਸਾ ਨਹੀਂ ਲੈ ਸਕੇਗਾ। तो ਇਹ ਸ਼੍ਰੋਮਣੀ ਕਮੇਟੀ ਦੇ 50 ਸਾਲਾ ਇਤਿਹਾਸ ਦੇ ਵਿੱਚ ਲਿਖੇ ਹੋਏ ਪੇਜ ਨੰਬਰ 108 ਤੇ ਹਵਾਲੇ ਸਾਰੇ ਜਿਹੜੇ ਹਨ ਇਹ ਮਿਲਦੇ ਹਨ। 30 ਦਸੰਬਰ 1933 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਇਜਲਾਸ ਜਿਹੜਾ ਸੀ ਸਮਾਗਮ ਆਲ ਇੰਡੀਆ ਪਾਰਟੀ ਕਾਨਫਰੰਸ ਅਕਾਲ ਤਖਤ ਸਾਹਿਬ ਤੇ ਸਰਦਾਰ ਪ੍ਰਤਾਪ ਸਿੰਘ ਜੀ ਸ਼ੰਕਰ ਦੀ ਪ੍ਰਧਾਨਗੀ ਹੇਠ ਹੁੰਦੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ, ਸੰਪਰਦਾਵਾਂ, ਵਿਦਵਾਨਾਂ ਆਦਿ ਨੇ ਹਾਜ਼ਰੀ ਪਾਈ। ਇਸ ਵਿੱਚ ਸ਼ਾਮਲ ਹੋਣ ਵਾਲੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹੋਰ ਵੀ ਲੰਬਾ ਚੌੜਾ ਤਕਰੀਬਨ ਮੈਂਬਰ ਹਨ ਜਿਹੜੇ 80 ਕੁ ਮੈਂਬਰ ਜੋ ਅੱਜ ਪਾਕਿਸਤਾਨ ਦਾ ਏਰੀਆ ਉਹਦੇ ਵਿੱਚੋਂ ਵੀ ਇਹਦੇ ਚ ਸਰ ਅਕਾਲ ਤਖਤ ਸਾਹਿਬ ਦੇ ਮੀਰ ਜਥਰ ਮੋਹਨ ਸਿੰਘ ਜੀ, ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਕਰਤਾਰ ਸਿੰਘ ਜੀ ਅਤੇ ਤਖਤ ਸ੍ਰੀ ਕੇਸਗੜ੍ਹ ਦਾ ਪ੍ਰਤਾਪ ਸਿੰਘ ਜੀ ਵੀ ਸ਼ਾਮਲ ਹੋਏ। तो ਇਹ ਮੀਟਿੰਗ ਜਿਹੜੀ ਹੈ ਇਹ ਹੋਈ। ਉਸ ਤੋਂ ਬਾਅਦ ਇਹ ਮੈਂਬਰ ਸ਼੍ਰੋਮਣੀ ਕਮੇਟੀਆਂ ਦੇ ਅੱਗੇ ਨਾਮ ਨੇ ਜਿਹੜੇ ਲੰਬਾ ਚੌੜਾ ਡਿਟੇਲ ਹੈ ਉਹ ਮੈਂ
ਜ਼ਿਕਰ ਨਹੀਂ ਕਰ ਸਕਦਾ ਕਿਉਂਕਿ ਉਹਦਾ ਸਮਾਂ ਵੀ ਨਹੀਂ ਹੈ। ਤੇ ਅਕਾਲੀ ਦਲ ਦੇ ਮੈਂਬਰ ਹਨ, ਉਹਨਾਂ ਦਾ ਵੀ ਇੱਥੇ ਜਿਹੜਾ ਸਾਰਾ ਜ਼ਿਕਰ ਕੀਤਾ ਗਿਆ, ਡਿਟੇਲ ਦਿੱਤੀ ਗਈ ਹੈ ਕਿਹੜੇ ਕਿਹੜੇ ਮੈਂਬਰ ਉਹਦੇ ਵਿੱਚ ਸ਼ਾਮਲ ਹੋਏ। ਤੋ ਇਸ ਤਰ੍ਹਾਂ ਇਸ ਸਮਾਗਮ ਵਿੱਚ 170 ਨੁਮਾਇੰਦਿਆਂ ਨੇ ਹਾਜ਼ਰੀ ਜਿਹੜੀ ਭਰੀ। ਇਸ ਦੀ ਆਰੰਭਤਾ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਤੇਜਾ ਸਿੰਘ ਜੀ ਨੇ ਅਰਦਾਸਾ ਸੋਧ ਕੇ ਕੀਤੀ। ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਲਿਆ ਗਿਆ, ਜਿਹਦੀ ਤੁਕ ਸੀ ਤੀਰਥ ਨਹਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪ੍ਰੋਫੈਸਰ ਤੇਜਾ ਸਿੰਘ ਜੀ ਨੇ ਰੋਹ ਦੀ ਸਬ ਕਮੇਟੀ ਦੀ ਰਿਪੋਰਟ ਸੁਣਾਈ ਤੇ ਸਮਾਗਮ ਨੂੰ ਸੰਬੋਧਨ ਕੀਤਾ ਕਿ ਕਈ ਸੱਜਣ ਤੇ ਜੱਥੇ ਭਾਵੇਂ ਰਹਿਤ ਮਰਿਆਦਾ ਨਿਯਤ ਕਰਨ ਦੇ ਮਾਮਲੇ ਨੂੰ ਲਮਕਾਉਣਾ ਚਾਹੁੰਦੇ ਹਨ, ਪਰ ਇਸ ਦੇ ਪਾਸ ਕਰਨ ਦੀ ਸਖਤ ਜ਼ਰੂਰਤ ਹੈ, ਨਹੀਂ ਤਾਂ ਸਾਡੀ ਰਹਿਤ ਮਰਿਆਦਾ ਇੱਕ ਨਾ ਹੋਣ ਕਰਕੇ ਅਸੀਂ ਬਹੁਤ ਹਾਸੋਹੀਣੇ ਹੋ ਰਹੇ ਹਾਂ। ਸਾਡਾ ਯਤਨ ਇਹ ਹੋਣਾ ਚਾਹੀਦਾ ਹੈ ਕਿ ਜੋ ਅਸੀਂ ਕੁਝ ਪਾਸ ਕਰੀਏ ਚੰਗੀ ਤੋਂ ਚੰਗੀ ਸ਼ਕਲ ਵਿੱਚ ਪਾਸ ਕਰੀਏ ਔਰ ਕੌਮ ਦੀ ਭਲਾਈ ਲਈ ਪਾਸ ਕਰੀਏ। ਕਾਰਵਾਈ ਸ਼ੁਰੂ ਹੋਣ ਤੇ ਪ੍ਰੋਫੈਸਰ ਜੋਤ ਸਿੰਘ ਜੀ ਨੇ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਦਾ 13-15 ਮਾਰਚ 1927 ਦਾ ਉਹ ਗੁਰਮਤਾ ਸੁਣਾਇਆ ਜਾਵੇ ਜਿਸ ਅਨੁਸਾਰ ਇਹ ਖਰੜਾ ਤਿਆਰ ਹੋ ਰਿਹਾ ਸੀ। ਇਸ ਉੱਤੇ ਉਹ ਗੁਰਮਤਾ ਪੜ੍ਹ ਕੇ ਫਿਰ ਸੁਣਾਇਆ ਗਿਆ ਤੇ ਉਸ ਤੋਂ ਬਾਅਦ ਫਿਰ ਤੇਜਾ ਸਿੰਘ ਜੀ ਤੇ ਅਕਾਲ ਤਖਤ ਸਾਹਿਬ ਦੀ ਤਜਵੀਜ਼ ਤੇ ਸਰ ਵੇਲ ਸਿੰਘ ਜੀ ਦੀ ਕਹਿਣ ਦੇ ਉੱਤੇ ਸਰਬਸੰਮਤੀ ਨਾਲ ਪਾਸ ਹੋਇਆ ਕਿ ਕਈਆਂ ਕਾਰਨਾਂ ਕਰਕੇ ਸਿੱਖ ਰਹਿਤ ਮਰਿਆਦਾ ਸੰਬੰਧੀ ਮਤਭੇਦ ਪੈਦਾ ਹੋ ਗਏ ਹਨ ਤੇ ਹੁੰਦੇ ਜਾ ਰਹੇ ਹਨ। ਇਸ ਲਈ ਵਿਦਵਾਨਾਂ ਦੀ ਸਬ ਕਮੇਟੀ ਬਣਾਈ ਗਈ। ਉਹ ਜਿਹੜਾ ਮਤਾ ਪਹਿਲਾਂ ਪਰਸੀ ਉਹਨੂੰ ਦੁਬਾਰਾ ਪੜ੍ਹ ਕੇ ਫਿਰ ਸੁਣਾ ਦਿੱਤਾ ਗਿਆ। ਪ੍ਰੋਫੈਸਰ ਜੋਤ ਸਿੰਘ ਜੀ ਨੇ ਇੱਕ ਬੜੀ ਵਧੀਆ ਰਾਏ, ਦਿਲਚਸਪ ਜੀ ਰਾਏ ਦਿੱਤੀ ਕਿ ਇਸ ਗੁਰਮਤੇ ਮੁਤਾਬਕ ਸਮਾਗਮ ਵਿੱਚ ਸਿਰਫ ਗੁਰਦੁਆਰਿਆਂ ਦੀ ਮਰਿਆਦਾ ਦਾ ਫੈਸਲਾ ਕਰ ਸਕਦਾ ਹੈ। ਪ੍ਰੋਫੈਸਰ ਤੇਜਾ ਸਿੰਘ ਜੀ ਕਨਵੀਨਰ ਜਿਹੜੇ ਉਸ ਵੇਲੇ ਰੋਹ ਰੀਤੀ ਸਬ ਕਮੇਟੀ ਦੇ ਕਨਵੀਨਰ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਸਿੱਖਾਂ ਦੀ ਕੋਈ ਜਿਹੀ ਮਰਿਆਦਾ ਨਹੀਂ ਜੋ ਗੁਰਦੁਆਰਿਆਂ ਵਿੱਚ ਨਾ ਹੁੰਦੀ ਹੋਵੇ ਤੇ ਵੈਸੇ ਵੀ ਗੁਰਦੁਆਰਿਆਂ ਦੇ ਅੰਦਰ ਤੇ ਬਾਹਰ ਇੱਕੋ ਮਰਿਆਦਾ ਹੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਕੁਝ ਬਹਿਸ ਉਪਰੰਤ ਇਕੱਤਰਤਾ ਦੇ ਪ੍ਰਧਾਨ ਜਥਾ ਪ੍ਰਤਾਪ ਸਿੰਘ ਜੀ ਨੇ ਰੂਲਿੰਗ ਦਿੱਤੀ ਕਿ ਇਸ ਖਰੜੇ ਉੱਤੇ ਵਿਚਾਰ ਕਰਨੀ ਇੱਕ ਹਵਾਲੇ ਵਾਲੇ ਗੁਰਮਤ ਦੇ ਭਾਵ ਦੀ ਉਲੰਘਣਾ ਨਹੀਂ ਕਰਦੀ, ਸੋ ਖਰੜੇ ਉੱਤੇ ਵਿਚਾਰ ਜਿਹੜੀ ਹੈ ਉਹ ਕੀਤੀ ਜਾਵੇ। ਤੋ ਇਸ ਮੀਟਿੰਗ ਦੇ ਵਿੱਚ ਉਸ ਖਰੜੇ ਦੇ ਉੱਤੇ ਜਿਹੜੀ ਵਿਚਾਰ ਕੀਤੀ ਗਈ ਤੇ ਇਸ ਲੰਬੀ ਵਿਚਾਰ ਤੋਂ ਬਾਅਦ ਸਿੱਖ ਰਹਿਤ ਮਰਿਆਦਾ ਦੀ ਤਿਆਰੀ ਦੇ ਜਿਹੜਾ ਸੀ ਉਹ ਕਾਫੀ ਗੱਲ ਅੱਗੇ ਨੂੰ ਵਧੀ। ਇਸ ਤੋਂ ਬਾਅਦ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਖਰੜੇ ਦੇ ਜੋ ਸਿੱਖ ਦੀ ਤਾਰੀਫ ਸੀ ਉਹ ਪੜ੍ਹ ਕੇ ਸੁਣਾਈ, ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਦਸ਼ਮੇਸ਼ ਪਿਤਾ ਦੇ ਦਸ਼ਮੇਸ਼ ਜੀ ਦੇ ਅੰਮ੍ਰਿਤ ਤੇ ਨਿਸ਼ਚਾ ਰੱਖਦਾ ਹੈ, ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਇਸ ਸੰਬੰਧੀ ਕਈ ਤਰਤੀਬਾਂ ਤੇ ਬਿਰਤ ਤਰਤੀਬੀਆਂ ਪੇਸ਼ ਹੋਣ ਲੱਗ ਪਈਆਂ ਸਨ। ਜੋ ਇਸਤਰੀ ਜਾਂ ਪੁਰਸ਼ ਦੀ ਥਾਵੇਂ ਜੋ ਕੇਸਾਧਾਰੀ ਇਸਤਰੀ ਜਾਂ ਪੁਰਸ਼ ਕੀਤਾ ਜਾਵੇ, ਇਹ ਕਿਸੇ ਨੇ ਸੁਝਾਅ ਦਿੱਤਾ। ਉਹਦੇ ਚ ਅਮਰਧਾਰੀ ਸਿੱਖ ਤੇ ਸਹਿਜਧਾਰੀ ਸਿੱਖ ਦੀ ਤਾਰੀਫ ਅੱਡ ਅੱਡ ਕੀਤੀ ਜਾਵੇ, ਇਹ ਸਾ ਸੁੰਦਰ ਸਿੰਘ ਜੀ ਨੇ ਸੁਝਾਅ ਜਿਹੜਾ ਸੀ ਦਿੱਤਾ। ਇਹ ਖਰੜਾ ਹੈ ਅਮਰਧਾਰੀ ਸਿੱਖਾਂ ਲਈ, ਸੋ ਇਸ ਅਨੁਸਾਰ ਖਰੜੇ ਤੇ ਹੈਡਿੰਗ ਵੀ ਤਬਦੀਲੀ ਕਰ ਲਈ ਜਾਵੇ, ਇਹ ਕਿਸੇ ਦਾ ਹੋਰ ਸੁਝਾਅ ਸੀ। ਤੋ ਖੈਰ ਇਹ ਸੁਝਾਅ ਜਿਹੜੇ ਸੀ ਆਉਂਦੇ ਰਹੇ। ਇਸ ਸੁਝਾਵਾਂ ਦੀ ਡਿਟੇਲ ਜਿਹੜੀ ਹੈ ਇਹ ਲੰਬੀ ਚੌੜੀ ਹੈ, ਆਪ ਜੀ ਉਸ ਇਤਿਹਾਸ ਦੇ ਵਿੱਚੋਂ ਪੜ੍ਹ ਸਕਦੇ ਹੋ। ਤੋ ਮੈਂ ਸਿਰਫ ਇੰਨੀ ਕੁ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਹ ਮੀਟਿੰਗਾਂ ਜਿਹੜੀਆਂ ਅਸੀਂ ਹੁੰਦੀਆਂ ਰਹੀਆਂ, ਉਸ ਤੋਂ ਬਾਅਦ 31 ਦਸੰਬਰ 1933 ਨੂੰ ਮੀਟਿੰਗ ਹੁੰਦੀ ਹੈ, ਉਹਦੇ ਵਿੱਚ ਸਾਰੇ ਮੈਂਬਰ ਜਿਹੜੇ ਹਨ ਉਹ ਸ਼ਾਮਲ ਹੋਏ। ਉਸ ਤੋਂ ਬਾਅਦ ਦਾ ਜਿਹੜਾ ਸਿੰਘ ਸਭਾਵਾਂ ਦੀ ਮੀਟਿੰਗ ਸੱਦੀ ਗਈ, ਉਹਦੇ ਵਿੱਚ ਮੈਂਬਰ ਸ਼ਾਮਲ ਹੁੰਦੇ ਰਹੇ। ਉਸ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਹੈ ਤੇ ਸਾ ਤੇਜਾ ਸਿੰਘ ਜੀ ਨੇ ਉਹਦੇ ਵਿੱਚ ਸ਼ਖਸੀ ਰਹਿਣੀ ਦਾ ਪਹਿਲਾ ਹਿੱਸਾ ਨਾਮ ਬਾਣੀ ਦਾ ਅਭਿਆਸ ਪੜ੍ਹ ਕੇ ਸੁਣਾਇਆ ਤੇ ਉਹਦੇ ਵਿੱਚ ਜਿਹੜੀ ਵਿਚਾਰਾਂ ਸੀ ਉਹ ਕੀਤੀਆਂ ਗਈਆਂ। ਇਹ ਇੱਕ ਲੰਬਾ ਚੌੜਾ ਅੱਗੇ ਸਬਜੈਕਟ ਹੈ, ਜਿਹੜਾ ਸਮਾਂ ਹੋਰ ਲੱਗੇਗਾ ਉਹ ਮੈਂ ਅਗਲੀ ਵਾਰੀ ਆਪ ਜੀ ਦੇ ਨਾਲ ਕੁਝ ਵਿਚਾਰ ਹੋਰ ਸਾਂਝੇ ਕਰਾਂਗਾ, ਕਿਉਂਕਿ ਅੱਜ ਦੀ ਸੰਪੂਰਨਤਾ ਮੇਰਾ ਵਿਚਾਰ ਸੀ ਕਰਦੇ ਹਾਂ, ਪਰ ਕਿਸੇ ਕਾਰਨਾਂ ਕਰਕੇ ਜਾਂ ਵਿਆਖਿਆ ਜ਼ਿਆਦਾ ਹੋਣ ਕਰਕੇ ਉਹ ਰਹਿ ਗਈ ਹੈ, ਜਿਹੜੀ ਮੈਂ ਸਮਝਦਾ ਹਾਂ ਜ਼ਰੂਰੀ ਹੈ, ਕਿਉਂਕਿ ਕਮ ਸੇ ਕਮ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਹਿਜ ਸ਼੍ਰੋਮਣੀ ਕਮੇਟੀ ਦਾ ਇਹ ਜਿਹੜੀ ਸਿੱਖ ਰਹਿਤ ਮਰਿਆਦਾ ਦੀ ਬਣਤਰ ਕਿਵੇਂ ਹੋਈ, ਕਿੰਨੀ ਮਿਹਨਤ ਨਾਲ ਹੋਈ। ਇਸ ਵਾਸਤੇ ਇਹ ਖਰੜਾ ਨਹੀਂ ਹੈ, ਇਹ ਇੱਕ ਕਾਨੂੰਨ ਹਨ ਜਿਹੜੇ ਸਿੱਖ ਕੌਮ ਦੇ ਉੱਤੇ ਲਾਗੂ ਹੋਣੇ ਚਾਹੀਦੇ ਹਨ। ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਚਾਹੁੰਦਾ ਹਾਂ ਜੀ। ਪਿਆਰ ਸਤਿ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ